श्री वाहिगुरु साहिब जी। श्री नानक पुरुषोत्तम परम परावर नाथ, युगल चरण मम बंदना। तर पर तर कर माथ, गुरु नानक पाद पंकज बंदन। पाद पंकज बंदन सिमरो अंगद दोख निकंदन। अमरदास गुर हृदय त्यावो। हृदय त्यावो। श्री गुरु रामदास गुण गावो। गुरु अर्जन विघ्नन के नाशक। विघ्नन के नाशक। श्री गुरु हरगोबिंद शुभ समत प्रकाशक। गुरु हर राय नमोकार जोरी। नमोकार जोरी। श्री हर कृष्ण मनाए बहोरी। तेग बहादुर परम कृपाला। परम कृपाला। श्री गुरु गोबिंद सिंह विशाला। तरों तरा पर पुन पुन सीसा। मुन पुन सीसा। बंदों बार बार जगदीसा। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को वंदना सिर चरणन पर तार। एक ओंकार सतगुरु तेह प्रसाद सच होए। वाहे गुरु जी की फतेह। विघ्न विनाशन सोए। वाहे गुरु जी की फतेह। विघ्न विनाशन सोए। सतनाम श्री वाहिगुरु साहिब जी। श्रीमत मोर गुर भजन में दया धाम अबराम। तिनके पगन प्रणाम हवै संत सिंह शुभ नाम। श्रीमत मोर गुर भजन में। वाहिगुरु जी का खालसा वाहिगुरु जी की फतेह। सच्चे पातशाह दीन दयाल सतगुरु जागदी जोत 10 पातशाहियां दे आत्मक स्वरूप
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਇਸ ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਜੀਵਨ ਦੀ ਪਵਿੱਤਰ ਕਥਾ ਆਰੰਭ ਹੋਣ ਜਾ ਰਹੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਹੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪਣੇ ਪਵਿੱਤਰ ਜੀਵਨ ਦੀ ਕਥਾ ਕਰਾਉਣੀ। ਸੱਚੇ ਪਾਤਸ਼ਾਹ ਜੀ ਦਾ 10 ਪਾਤਸ਼ਾਹੀਆਂ ਜੀ ਦਾ ਪਵਿੱਤਰ ਜੀਵਨ ਇਤਿਹਾਸ ਕਵਿਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ। ਸਿੱਖ ਕੌਮ ਐਸੀ ਵਿਲੱਖਣ ਹੈ ਕਿ ਇਤਿਹਾਸ ਜਿਹੜਾ ਹੈ ਉਹ ਵੀ ਜਿਉਂਦਾ ਜਾਗਦਾ ਇਤਿਹਾਸ ਰਚਿਆ ਹੈ। ਕੇਵਲ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਇਤਿਹਾਸ ਨਹੀਂ, ਧਰਤੀ ਦੀ ਛਾਤੀ 'ਤੇ ਉਕਰਿਆ ਹੋਇਆ ਸਤਿਗੁਰਾਂ ਜੀ ਦਾ, ਸਤਿਗੁਰਾਂ ਜੀ ਦੇ ਵਰਸਾਏ ਹੋਏ ਖਾਲਸੇ ਦਾ ਇਤਿਹਾਸ ਹੈ। ਇਤਿਹਾਸ ਵਿਦਵਾਨ ਕਹਿੰਦੇ ਹੈ ਕਿ ਕੌਮਾਂ ਦੀ ਸ਼ਾਹ ਰਗ 'ਤੇ ਲੱਗਾ ਹੋਇਆ ਐਸਾ ਮੀਲ ਪੱਥਰ ਹੈ ਜਿਹੜਾ ਦੱਸਦਾ ਹੈ ਕਿ ਇਸ ਕੌਮ ਨੇ ਆਪਣੀ ਮੰਜ਼ਿਲ ਵੱਲ ਕਿੰਨਾ ਕੁ ਸਫ਼ਰ ਤੈਅ ਕੀਤਾ ਹੈ ਅਤੇ ਕਿੰਨਾ ਕੁ ਇਹਦਾ ਸਫ਼ਰ ਰਹਿ ਗਿਆ ਹੈ। ਕੌਮ ਦੀ ਮੰਜ਼ਿਲ ਕੀ ਹੈ? ਜੇ ਉਸ ਮੀਲ ਪੱਥਰ ਦੇ ਦੂਸਰੇ ਪਾਸੇ ਹੋ ਕਰਕੇ ਤੱਕੀਏ ਤੇ ਫਿਰ ਇਹ ਵੀ ਦੱਸ ਦਿੰਦਾ ਉਹ ਮੀਲ ਪੱਥਰ ਕਿ ਇਹ ਰਾਹੀ ਤੂੰ ਕਿੱਥੋਂ ਚੱਲਿਆ ਸੈਂ, ਜਿੱਥੋਂ ਤੂੰ ਚੱਲਿਆ ਸਾਂ ਉਹ ਮੰਜ਼ਿਲ ਕਿੰਨੀ ਦੂਰ ਰਹਿ ਗਈ ਹੈ। ਇਸੇ ਤਰ੍ਹਾਂ ਇਤਿਹਾਸ ਦੱਸਦਾ ਹੈ ਕਿ ਕੌਮਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਅਤੇ ਅਸੀਂ ਚੱਲਦੇ ਹੋਏ ਕਿੱਥੇ ਤੱਕ ਪਹੁੰਚ ਗਏ ਹਾਂ, ਸਾਡਾ ਅਸਲ ਨਿਸ਼ਾਨਾ ਕੀ ਹੈ, ਸਾਡੀ ਮੰਜ਼ਿਲ ਕੀ ਹੈ। ਤਸਵੀਰਾਂ ਆਪਣੇ ਸਮੇਂ ਨਾਲ ਆਪਣੀ ਆਭਾ ਗਵਾ ਦਿੰਦੀਆਂ, ਪਰ ਇਤਿਹਾਸ ਸਦੀਆਂ ਬੀਤ ਜਾਣ 'ਤੇ ਵੀ ਤਰੋ ਤਾਜ਼ਾ ਰਹਿੰਦਾ ਏ। ਕਵਿਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਐਸਾ ਇਹ ਗੌਰਵਮਈ ਇਤਿਹਾਸ ਸਿਰਜਿਆ ਹੈ। ਜੇ ਅੱਜ ਵੀ ਕੌਮ ਨੇ ਤੱਕਣਾ ਹੋਵੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਾਲ ਲੀਲਾ ਦੇ ਕੌਤਕਾਂ ਨੂੰ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਵਾਂ ਖੰਡਾਂ ਦੀ ਪ੍ਰਿਥਵੀ ਦਾ ਰਟਨ ਕੀਤਾ। 10 ਪਾਤਸ਼ਾਹੀਆਂ ਨੇ ਜੋ ਕੌਤਕ ਕੀਤੇ ਹੈ, ਜੋ ਸਤਿਗੁਰਾਂ ਜੀ ਦੇ ਮੈਦਾਨੇ ਜੰਗ ਦੇ ਅੰਦਰ ਪਰਾਕਰਮ ਹਨ, ਉਹ ਅੱਜ ਵੀ ਇਵੇਂ ਕਵਿਰਾਜ ਜੀ ਨੇ ਦਿਖਾਏ ਹੈ ਜਿਵੇਂ ਅੱਖਾਂ ਦੇ ਸਾਹਮਣੇ ਸਭ ਕੁਝ ਵਰਤ ਰਿਹਾ ਹੋਵੇ। ਕਵੀ ਭਾਈ ਸੰਤੋਖ ਸਿੰਘ ਜੀ ਬੜਾ ਉਹਨਾਂ ਦਾ ਉੱਚਾ ਸੁੱਚਾ ਜੀਵਨ ਜਿਨ੍ਹਾਂ ਨੇ ਜੀਵਿਆ। ਕਵਿਰਾਜ ਜੀ ਦਾ ਜਨਮ ਮੱਤੇ ਦੀ ਸਰਾਂ ਦਾ ਹੈ। ਕਵਿਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਭਾਈ ਦੇਵਾ ਸਿੰਘ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਰਾਜ ਦੇਈ ਕਰਕੇ ਆਉਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਕਥਾ ਦੇ ਆਰੰਭ ਕਰਨ ਵਾਸਤੇ ਸਤਿਗੁਰਾਂ ਜੀ ਦੇ ਕੋਲ ਜਾਚਨਾ ਕੀਤੀ ਸੀਗੀ। ਤਕਰੀਬਨ 1 ਹਫ਼ਤੇ ਦੀ ਦੇਰੀ ਨਾਲ ਕਥਾ ਆਰੰਭ ਹੋ ਰਹੀ ਹੈ। ਕਵਿਰਾਜ ਜੀ ਦਾ ਜੀਵਨ ਜਿਹੜਾ ਉਹ ਬਹੁਪੱਖੀ ਹੈ। ਬਹੁਤ ਸਾਰੀ ਕਵਿਰਾਜ ਜੀ ਦੇ ਜੀਵਨ 'ਤੇ ਅੱਜ ਵੀ ਖੋਜ ਕਰਨ ਦੀ ਲੋੜ ਹੈ, ਕਿਉਂਕਿ ਉਹਨਾਂ ਦੇ ਆਪਣੇ ਜੀਵਨ ਬਾਰੇ ਬਹੁਤ ਸਾਰੇ ਤੱਥ ਨਹੀਂ ਮਿਲਦੇ। ਸਿੱਖ ਕੌਮ ਦੇ ਅੰਦਰ ਐਸੇ ਮਹਾਨ ਮਹਾਂਪੁਰਸ਼ ਹੋਏ ਹੈ ਜਿਨ੍ਹਾਂ ਨੇ ਬਹੁਤ ਵੱਡੀ
ਕਰਮ ਕੀਤੇ ਐ, ਸੰਸਾਰ ਨੂੰ ਬੜੀਆਂ ਸੇਧਾਂ ਦਿੱਤੀਆਂ, ਕੌਮ ਲਈ ਬੜੀ ਘਾਲਣਾ ਘਾਲੀ ਹੈ, ਪਰ ਉਹਨਾਂ ਨੇ ਆਪਣੇ ਬਾਰੇ ਕੁਝ ਵੀ ਨਹੀਂ ਦੱਸਿਆ। ਆਪਣੇ ਬਾਰੇ ਇਵੇਂ ਹੀ ਕਵੀਰਾਜ ਜੀ ਨੇ ਕੁਝ ਨਹੀਂ ਲਿਖਿਆ। ਥੋੜ੍ਹੇ ਬਹੁਤੇ ਉਹਨਾਂ ਦੇ ਜੀਵਨ ਦੇ ਅੰਦਰ ਜੋ ਵਰਤਾਰੇ ਵਰਤੇ, ਉਹਨਾਂ ਦੀ ਝਲਕ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਕਿਤੇ ਕਿਤੇ ਅਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜਾਂ ਗਰਭਗੰਜਨੀ ਟੀਕੇ ਵਿੱਚ ਵੀ ਇਸ ਪ੍ਰਕਾਰ ਥੋੜ੍ਹੀ ਥੋੜ੍ਹੀ ਉਹ ਝਲਕ ਪੈਂਦੀ ਹੈ। ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਆਪ ਜੀ ਦੇ ਸਤਿਕਾਰਯੋਗ ਪਿਤਾ ਭਾਈ ਦੇਵਾ ਸਿੰਘ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਅੰਦਰ ਲੈ ਕੇ ਆਂਦਾ, ਉਹਨਾਂ ਸਮਿਆਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ, ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਸੀ। ਆਪ ਜੀ ਮਹਾਨ ਵਿਦਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਆਪ ਕਰਿਆ ਕਰਦੇ। ਬਹੁਤ ਸਾਰੇ ਵਿਦਿਆਰਥੀ ਗਿਆਨੀ ਜੀ ਕੋਲੋਂ ਪੜ੍ਹਿਆ ਕਰਦੇ। ਉੱਥੇ ਹੀ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਵੀ ਗਿਆਨੀ ਸੰਤ ਸਿੰਘ ਜੀ ਮਹਾਂਪੁਰਖਾਂ ਦੇ ਕੋਲੋਂ ਪੜ੍ਹੇ ਹੈ। ਗਿਆਨੀ ਸੰਤ ਸਿੰਘ ਜੀ ਦੇ ਜੀਵਨ ਦੀਆਂ ਵੀ ਇੱਕ ਦੋ ਟੂਕਾਂ ਜੋ ਭਾਸ਼ਾ ਵਿਭਾਗ ਨੇ, ਇਹ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਦਾ ਜੋ ਟੀਕਾ ਟਿੱਪਣੀ ਜੋ ਨੋਟ ਦਿੱਤੇ ਹੈ ਭਾਈ ਸਾਹਿਬ ਜੀ ਨੇ, ਕਿਉਂਕਿ ਕਿਤੇ ਕਿਤੇ ਜਿੱਥੇ ਬਹੁਤ ਗੁੰਝਲਦਾਰ ਕੁਝ ਗੱਲਾਂ ਹਨ, ਉਹਨਾਂ ਨੂੰ ਕਵੀਰਾਜ ਜੀ ਨੇ ਜਿਵੇਂ ਬਹੁਤਾ ਵਿਸਥਾਰ ਵਿੱਚ ਨਹੀਂ ਲਿਖਿਆ, ਬਹੁਤ ਸੂਖਸ਼ਮ ਭਾਵ ਦਿੱਤੇ ਹਨ। ਉਹਨਾਂ ਸੂਖਸ਼ਮ ਭਾਵਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਨੇ ਖੋਲ੍ਹ ਕਰਕੇ ਦੱਸਿਆ ਹੈ। ਇਸ ਤਰ੍ਹਾਂ ਇਹ ਜੋ 14 ਜਿਲਦਾਂ ਦੇ ਅੰਦਰ ਭਾਸ਼ਾ ਵਿਭਾਗ ਨੇ, ਇਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਹੈ ਉਹ ਛਾਪਿਆ, ਜੋ ਅੱਜ ਕੱਲ੍ਹ ਜਿਹੜਾ ਹੈ ਵਿਦਿਆਰਥੀ ਜਿਨ੍ਹਾਂ ਤੋਂ ਸੰਥਿਆ ਕਰਦੇ ਹੈ, ਕਥਾ ਹੁੰਦੀ ਹੈ, ਪੁਰਾਤਨ ਕੁਝ ਨੁਸਖੇ ਵੀ ਜਿਹੜੇ ਹਨ ਉਹ ਪ੍ਰਾਪਤ ਹੁੰਦੇ ਹਨ। ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਇਸ ਮਹਾਨ ਗ੍ਰੰਥ ਦੀ ਸਿਰਜਣਾ ਕੀਤੀ ਹੈ, ਉਹ ਆਪਣੀ ਕਲਮ ਨਾਲ ਲਿਖਦੇ ਹੈ ਕਿ ਸਾਡੇ ਵਿਦਿਆ ਦਾਤੇ ਕੌਣ ਹਨ ਅਤੇ ਕੈਸੇ ਹਨ। ਜਿਵੇਂ ਜਿਵੇਂ ਟੂਕਾਂ ਕਵੀਰਾਜ ਜੀ ਨੇ ਦਿੱਤੀਆਂ ਹਨ, ਉਹਨਾਂ ਟੂਕਾਂ ਦੁਆਰਾ ਆਪਾਂ ਸੁਣਦੇ ਹੋਏ ਅੱਗੇ ਅੱਗੇ ਜਿਵੇਂ ਕਵੀਰਾਜ ਜੀ ਦਾ ਜੀਵਨ ਆਵੇਗਾ, ਉਹ ਸੂਖਸ਼ਮ ਮਾਤਰ ਆਪਾਂ ਸਰਵਣ ਕਰਦੇ ਹੋਏ ਜਾਵਾਂਗੇ। ਕਵੀਰਾਜ ਆਪਣੇ ਵਿਦਿਆ ਦਾਤੇ ਬਾਰੇ ਜੋ ਆਪਣੀ ਕਲਮ ਤੋਂ ਦੱਸ ਰਹੇ ਹਨ, ਆਓ ਇੱਥੋਂ ਆਪਾਂ ਪਿਆਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀਮਤ ਮੋਰ ਗੁਰ ਭਜਨ ਮੈਂ। ਕਵੀਰਾਜ ਜੀ ਗਿਆਨੀ ਸੰਤ ਸਿੰਘ ਜੀ ਮਹਾਂਪੁਰਖਾਂ ਨੂੰ ਭਜਨ ਦੀ ਮੂਰਤ ਮੰਨਦੇ ਸਨ। ਇਹਨਾਂ ਪੰਕਤੀਆਂ ਤੋਂ ਸਿੱਧ ਹੁੰਦਾ ਹੈ ਕਿ ਆਪ ਨਾਮ ਰਸੀਏ ਸਨ ਗਿਆਨੀ ਸੰਤ ਸਿੰਘ ਜੀ। ਬਹੁਤ ਸਾਰੇ ਵਿਦਿਆਰਥੀ ਜਿਹੜੇ ਆਪ ਜੀ ਕੋਲੋਂ ਪੜ੍ਹਦੇ ਸੀ, ਉਹ ਵੀ ਨਾਮ ਬਾਣੀ ਦੀ ਕਮਾਈ ਵਾਲੇ ਹੋਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਬਹੁਤ ਆਪ ਜੀ ਦਾ ਸਤਿਕਾਰ ਕਰਿਆ ਕਰਦੇ। ਇਵੇਂ ਵੀ ਜ਼ਿਕਰ ਆਉਂਦਾ ਹੈ ਕਿ ਆਪ ਜੀ ਨੇ ਸ਼ੇਰੇ ਪੰਜਾਬ ਦੀ ਫੌਜ ਵਿੱਚ ਵੀ ਜਿਹੜਾ ਹੈ ਅਹਿਮ ਅਹੁਦੇ 'ਤੇ ਸੇਵਾ ਕੀਤੀ। ਸ਼ੇਰੇ ਪੰਜਾਬ ਜੀ ਦੀ ਔਖੇ ਵੇਲੇ ਬਹੁਤ ਸਾਰੀਆਂ ਔਕੜਾਈਆਂ ਦੇ ਵਿੱਚ ਮਦਦ ਕੀਤੀ ਅਤੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਦਾ ਸਮਾਂ ਆਇਆ ਤੇ ਆਪਣੇ ਸਪੁੱਤਰ ਭਾਈ ਗੁਰਮੁਖ ਸਿੰਘ ਜੀ ਨੂੰ ਸਾਰੀਆਂ ਮਹਾਰਾਜੇ ਦੀਆਂ ਉਹ ਸੇਵਾਵਾਂ ਖਾਲਸਾ ਦਰਬਾਰ ਦੀਆਂ ਸੌਂਪ ਕੇ ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆ ਕਰਕੇ ਸੇਵਾ ਸੰਭਾਲ ਕੀਤੀ ਅਤੇ ਇੱਥੇ ਹੀ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਸੀ ਸੇਵਾ ਗੁਰੂ ਘਰ ਦੀ ਕਰਦਿਆਂ ਹੋਇਆਂ ਬਤੀਤ ਕੀਤਾ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਮੇਰੇ ਗੁਰੂ ਸਾਹਿਬ ਜੀ ਸ਼੍ਰੋਮਣੀ ਹਨ, ਜਿਨ੍ਹਾਂ ਤੋਂ ਮੈਂ ਵਿੱਦਿਆ ਪ੍ਰਾਪਤ ਕੀਤੀ ਹੈ। ਮੇਰੇ ਵਿੱਦਿਆ ਗੁਰੂ ਗਿਆਨੀ ਸੰਤ ਸਿੰਘ ਜੀ ਹਨ। ਜਾਣੋ ਕਿ ਭਜਨ ਦੀ ਮੂਰਤੀ ਹਨ।
ਨਾਮ ਬਾਣੀ ਦਾ ਸਰੂਪ ਹਨ। ਐਸਾ ਉਹਨਾਂ ਨੇ ਆਪਣਾ ਉੱਚਾ ਜੀਵਨ ਕਮਾਇਆ। ਦਇਆ ਧਾਮ ਅਬਰਾਮ, ਦਇਆ ਦੇ ਧਾਮ ਘਰ ਹਨ। ਅਬਰਾਮ ਬੜੇ ਹੀ ਸੁੰਦਰ, ਜਿਨ੍ਹਾਂ ਨੇ ਬੜੀ ਭਾਵਨਾ ਨਾਲ ਅੱਗੇ ਸਤਿਗੁਰਾਂ ਜੀ ਦੀ ਬਾਣੀ ਦੀ ਵਿੱਦਿਆ ਜਿਹੜੀ ਸੀ ਪੜ੍ਹਾਉਣਾ ਕੀਤੀ। ਥੋੜਾ ਮੈਂ ਦੂਰ ਕਰ ਪੜ੍ਹੋ। ਤਿਨਕੇ ਪਗਨ ਪ੍ਰਣਾਮ ਹਵੈ, ਤੇ ਉਹਨਾਂ ਦੇ ਚਰਨਾਂ ਤੇ ਕਬੀਰ ਆਪ ਜੀ ਕਹਿੰਦੇ ਮੇਰਾ ਪ੍ਰਣਾਮ ਨਮਸਕਾਰ ਹੈ। ਸੰਤ ਸਿੰਘ ਸ਼ੁਭ ਨਾਮ, ਉਹਨਾਂ ਦਾ ਨਾਮ ਆਪ ਤਸਦੀਕ ਕਰ ਰਹੇ ਹੈ ਕਿ ਭਾਈ ਸੰਤ ਸਿੰਘ ਜੀ ਸ਼ੁਭ ਸ਼੍ਰੇਸ਼ਟ ਨਾਮ ਹੈ ਮੇਰੇ ਵਿੱਦਿਆ ਦਾਤੇ ਦਾ, ਜਿਨ੍ਹਾਂ ਤੋਂ ਮੈਂ ਵਿੱਦਿਆ ਪੜ੍ਹੀ ਹੈ। ਇਸ ਪ੍ਰਕਾਰ ਕਬੀਰਾਜ ਜੀ ਨੇ ਇਹ ਸੰਕੇਤ ਦਿੱਤੇ ਹੈ। ਕਬੀਰਾਜ ਜੀ ਦਾ ਜਿਹੜਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਅਟੁੱਟ ਨਿਸ਼ਚਾ, ਇਹ ਉਹਨਾਂ ਦੀ ਸੰਗਤ ਵਿੱਚੋਂ ਸਭ ਕੁਝ ਪ੍ਰਾਪਤ ਹੋਇਆ ਹੈ। ਕਵੀ ਭਾਈ ਸੰਤੋਖ ਸਿੰਘ ਜੀ ਬਾਰੇ ਜੋ ਕਈਆਂ ਨੇ ਇਹ ਭੁਲੇਖੇ ਪਾਏ ਹੈ ਕਿ ਕਬੀਰਾਜ ਜੀ ਕਿਸੇ ਦੇਵੀ ਦੇ ਪੂਜਕ ਸਨ ਜਾਂ ਹੋਰ ਕਿਸੇ ਮਤ ਵਿੱਚ ਸ਼ਰਧਾ ਰੱਖਦੇ ਸਨ, ਇਹ ਬਿਲਕੁਲ ਗਲਤ ਹੈ। ਕਿਉਂਕਿ ਕਬੀਰਾਜ ਜੀ ਦੀ ਆਪਣੀ ਰਚਨਾ ਦੱਸਦੀ ਹੈ ਕਿ ਆਪ ਅਨੰਨ ਗੁਰਸਿੱਖ ਸਨ, ਪੰਜਾਂ ਕਕਾਰਾਂ ਦੇ ਧਾਰਨੀ, ਬਾਣੀ ਬਾਣੇ ਵਿੱਚ ਪ੍ਰਪੱਕ, ਤੇ 10 ਪਾਤਸ਼ਾਹੀਆਂ ਦੇ ਉੱਪਰ ਆਪ ਜੀ ਦਾ ਅਟੁੱਟ ਨਿਸ਼ਚਾ। ਇੱਕ ਅਕਾਲ ਪੁਰਖ ਵਾਹਿਗੁਰੂ ਜਾਗਦੀ ਜੋਤ ਪਰਮੇਸ਼ਰ ਦੇ ਆਪ ਉਪਾਸ਼ਕ। ਕਿਉਂਕਿ ਆਪ ਜੇ ਆਪਣੀ ਰਚਨਾ ਵਿੱਚ ਓਟ ਲੈਂਦੇ ਹੈ ਤੇ ਨਾਮ ਦੀ ਮਹਿਮਾ ਕਰਦੇ ਹੈ, ਉਹ ਨਾਮ ਦੀ ਮਹਿਮਾ ਦੀ ਜਿਹੜੀ ਵੰਨਗੀ ਹੈ ਉਹ ਥੋੜ੍ਹੀ ਜਿਹੀ ਜਿਵੇਂ ਇੱਥੇ ਆ ਰਹੀ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਕਬੀਰਾਜ ਵਾਹਿਗੁਰੂ ਮੰਤਰ ਦੇ ਆਪ ਅਭਿਆਸੀ ਹਨ। ਕਿਸ ਤਰ੍ਹਾਂ ਵਾਹਿਗੁਰੂ ਨਾਮ ਦੀ ਮਹਿਮਾ ਕਰਦੇ ਹਨ, ਇੱਥੇ ਕੇਵਲ ਟੂਕ ਮਾਤਰ ਦਿੱਤੀ, ਅੱਗੇ ਕਥਾ ਵਿੱਚ ਵਿਸਥਾਰ ਆਵੇਗਾ। ਵਾਹਿਗੁਰੂ ਬਰ ਸੁੰਦਰ ਨਾਮੋ, ਕਬੀਰਾਜ ਕਹਿੰਦੇ ਨੇ ਵਾਹਿਗੁਰੂ ਜੋ ਵਾਹਿ ਅਸਚਰਜ ਹੈ, ਅਗਿਆਨਤਾ ਦੇ ਹਨੇਰੇ ਨੂੰ ਮਿਟ ਕਰਕੇ ਜਿਹੜਾ ਰੌਸ਼ਨੀ ਦਾ ਪ੍ਰਕਾਸ਼ ਕਰ ਦੇਣ ਵਾਲਾ ਵਾਹਿਗੁਰੂ ਮੰਤਰ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤਾ ਹੈ, ਇਹ ਬਰ ਸ਼੍ਰੇਸ਼ਟ ਹੈ ਤੇ ਬਹੁਤ ਹੀ ਸੁੰਦਰ ਨਾਮ ਹੈ। ਸਦਾ ਸਵਾਰੇ ਹਮਰੇ ਕਾਮੂ, ਸਾਡੇ ਤਾਂ ਸਾਰੇ ਕੰਮ ਜਿਹੜੇ ਆ ਨਾ ਇਹ ਵਾਹਿਗੁਰੂ ਨਾਮ ਨੇ ਸਵਾਰੇ ਹਨ। ਇੱਕ ਅਵਲੰਬ ਨਾਮ ਕੋ ਜਾਣਾ, ਇੱਕ ਨਾਮ ਦਾ ਹੀ ਅਵਲੰਬ ਆਸਰਾ ਜਿਹੜਾ ਹੈ ਅਸੀਂ ਜਾਣਨਾ ਕੀਤਾ ਏ। ਕਲੀ ਕਾਲ ਸਮਰੱਥ ਨ ਆਨਾ, ਕਲਯੁਗ ਦੇ ਸਮੇਂ ਵਿੱਚ ਹੋਰ ਕੋਈ ਸਮਰੱਥ ਨਹੀਂ ਹੈ ਰੱਖਿਆ ਕਰਨ ਦੇ ਨਾਮ ਤੋਂ ਬਿਨਾਂ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਤੋਂ ਜੋ ਉਪਦੇਸ਼ ਮਿਲਦਾ ਹੈ, ਐਸਾ ਨਿਸ਼ਚਾ ਹੈ ਕਬੀਰਾਜ ਜੀ ਦਾ। ਜੋ ਪਵਿੱਤਰ ਗ੍ਰੰਥ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਕਬੀਰਾਜ ਜੀ ਦੇ ਜੀਵਨ ਤੇ ਮਨ ਦੇ ਅੰਦਰ ਵਿਚਾਰ ਆਈ ਕਿ ਉਹਨਾਂ ਦੇ ਜੀਵਨ ਦੇ ਉੱਪਰ ਕੁਝ 2 ਬੇਨਤੀਆਂ ਜ਼ਰੂਰ ਕੀਤੀਆਂ ਜਾਣ। ਇਸ ਕਰਕੇ ਜੋ ਸ਼੍ਰੀ ਨਾਨਕ ਪ੍ਰਕਾਸ਼ ਦੀ ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਕਬੀਰਾਜ ਜੀ ਦੇ ਜੀਵਨ ਦੇ ਉੱਪਰ ਇਹ ਬੇਨਤੀਆਂ ਕੀਤੀਆਂ ਹਨ ਕਿ ਕਿਹੋ ਜਿਹਾ ਆਪ ਜੀ ਦਾ ਨਾਮ ਦੇ ਅੰਦਰ ਨਿਸ਼ਚਾ ਹੈ। ਵਾਹਿਗੁਰੂ ਮੰਤਰ ਦੇ ਆਪ ਅਭਿਆਸੀ ਹਨ। ਸਦਾ ਲੋਕ ਪਰਲੋਕ ਸਹਾਈ, ਸਦਾ ਹੀ ਕਹਿੰਦੇ ਨੇ ਵਾਹਿਗੁਰੂ ਨਾਮ ਲੋਕ ਤੇ ਪਰਲੋਕ ਵਿੱਚ ਸਾਡਾ ਸਹਾਇਕ ਹੈ। ਲੈਤ ਨਾਮ ਹੀ ਬਿਗਨ ਪਰਾਈ, ਨਾਮ ਦੇ ਲੈਂਦਿਆਂ ਹੀ ਬਿਗਨ ਜਿਹੜੇ ਆ ਉਹ ਨਾਸ਼ ਹੋ ਜਾਂਦੇ ਆ। ਹਰਿ ਕਾਲ ਕਲ ਕਲੁਖ ਸੁਦੁਖਨ, ਜਿਹੜੇ ਬਹੁਤ ਜ਼ਿਆਦੇ ਦੋਸ਼ ਹਨ ਅਤੇ ਪਾਪ ਹਨ ਕਲਯੁਗ ਦੇ ਸਮੇਂ ਦੇ, ਉਹਨਾਂ ਨੂੰ ਨਾਮ ਜਿਹੜਾ ਹੈ ਨਾਸ਼ ਕਰ ਦਿੰਦਾ, ਇਉਂ ਜਿਵੇਂ ਸੂਰਜ ਹਨੇਰੇ ਨੂੰ ਨਾਸ਼ ਕਰਦਾ ਏ। ਨਾਮ ਕਰਿਓ ਜਿਨ ਗਰੀਵਾ ਭੂਖਨ, ਜਿਨ੍ਹਾਂ ਨੇ ਆਪਣੀ ਗਰੀਵਾ ਦਾ ਆਪਣੇ ਗਲੇ ਦਾ ਭੂਖਣ ਭਾਵ ਗਹਿਣਾ ਕਰ ਲਿਆ ਹੈ ਵਾਹਿਗੁਰੂ ਨਾਮ ਨੂੰ, ਕੰਠ 'ਚ ਹੀ ਵਾਹਿਗੁਰੂ ਮੰਤਰ ਜਿਨ੍ਹਾਂ ਨੇ ਧਾਰਨ ਕਰ ਲਿਆ ਇਹ ਮਹਾਨ ਹਨ। ਬਰਤ ਨੇਮ ਜਪ ਤਪ ਜਗ ਕਰਮੂ, ਕਹਿੰਦੇ ਜਗਤ ਦੇ ਅੰਦਰ ਕਰਮ ਤਾਂ ਹਨ। ਹੁਣ ਕਿਉਂਕਿ ਇਹਨਾਂ ਕਰਮਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਪਰ ਵੇਖੋ ਕਬੀਰਾਜ ਦੱਸ ਰਹੇ ਹੈ ਕਿ ਸਾਡਾ ਨਿਸ਼ਚਾ ਜਗ ਕਰਨ ਵਿੱਚ ਨਹੀਂ, ਕਿਸੇ ਪ੍ਰਕਾਰ ਦੇ ਤਾਮਸੀ ਤਪ ਕਰਨ ਵਿੱਚ ਨਹੀਂ, ਸਾਡਾ ਨਿਸ਼ਚਾ ਕਿਸੇ ਦੇਵੀ ਦੇਵਤੇ ਦੇ ਮੰਤਰ ਦੇ ਜਪ ਕਰਨ ਵਿੱਚ ਨਹੀਂ ਹੈ। ਉਹ ਤਾਂ ਵਾਹਿਗੁਰੂ ਮੰਤਰ ਵਿੱਚ ਕਬੀਰਾਜ ਜੀ ਆਪਣਾ ਨਿਸ਼ਚਾ ਦਿਖਾ ਰਹੇ ਹੈ। ਪਰ ਜਦੋਂ ਕੋਈ ਇਉਂ ਰਚਨਾ ਵਿੱਚ ਪੜ੍ਹਦਿਆਂ ਭੁਲੇਖਾ ਖਾ ਜਾਂਦੇ ਹੈ
ਤੇ ਇਉਂ ਸਮਝਣ ਲੱਗ ਪੈਂਦੇ ਆ ਕਿ ਕਵੀਰਾਜ ਵੇਖੋ ਜੱਗ ਕਰਨ ਦੀ ਰੀਤੀ ਦੱਸ ਰਹੇ ਆ, ਖਬਰੇ ਆਪ ਵੀ ਜੱਗ ਕਰਦੇ ਹੋਣਗੇ। ਨਹੀਂ, ਆਪ ਦਾ ਨਿਸ਼ਚਾ ਕਵੀਰਾਜ ਜੀ ਦਾ ਵਾਹਿਗੁਰੂ ਮੰਤਰ ਦੇ ਉੱਪਰ ਹੈ। ਫਰਮਾਉਂਦੇ ਹਨ ਇਸੇ ਪ੍ਰਕਾਰ ਹੀ ਵਰਤ ਰੱਖਣੇ ਜਿਹੜੇ ਹਨ, ਇਸ ਪ੍ਰਕਾਰ ਭੁੱਖਿਆਂ ਰਹਿਣਾ। ਤੇ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਜਿਹੜਾ ਹੈ ਸਖਤ ਸ਼ਬਦਾਂ ਵਿੱਚ ਮਨ੍ਹਾ ਕੀਤਾ ਹੋਇਆ ਹੈ। ਜੇ ਇੱਕ ਇੱਕ ਦਾ ਵਿਸਥਾਰ ਕਰਾਂ ਤਾਂ ਇੱਧਰ ਬਹੁਤਾ ਸਮਾਂ ਲੱਗੇਗਾ। ਤੋ ਕਵੀਰਾਜ ਜੀ ਗੁਰਮਤਿ ਦੇ ਧਾਰਨੀ ਹਨ, ਦੱਸਦੇ ਹਨ ਕਿ ਜਿਹੜੇ ਵਰਤ ਆਦਿਕ ਕਰਨੇ, ਨੇਮ ਜੋ ਰੋਜ਼ ਦਾ ਨਿਯਮ ਆਦਿਕ ਕਰਨਾ, ਜਪ ਤਪ ਤੋ ਇਸ ਪ੍ਰਕਾਰ ਜਪ ਕਰਨਾ, ਤਾਮਸੀ ਧੂਣੀਆਂ ਤਾ ਕਰਕੇ ਜਾਂ ਬਰਫ਼ ਦੀਆਂ ਚੋਟੀਆਂ ਤੇ ਸਰਦੀਆਂ ਦੀ ਰੁੱਤ ਵਿੱਚ ਬੈਠਣਾ, ਕਿਸੇ ਦੇਵਤੇ ਦੇ ਮੰਤਰ ਦਾ ਜਪ ਕਰਨਾ। ਇਸ ਪ੍ਰਕਾਰ ਨੇਮ ਉਹਨਾਂ ਨੂੰ ਵੀ ਕਹਿੰਦੇ ਜਿਹੜੇ ਜੁੱਤੀ ਪਾਉਣਾ ਛੱਡ ਦੇਣਾ, ਕਿ ਮੈਂ ਇਸ ਪ੍ਰਕਾਰ ਕੱਪੜੇ ਨਹੀਂ ਧਾਰਨ ਕਰਨੇ। ਇਸ ਤਰ੍ਹਾਂ ਦੇ ਨੇਮ ਆਦਿਕ ਜਿਹੜੇ ਕਰਨੇ ਹਨ। ਤਪ ਆਦਿਕ ਕਰਨੇ, ਜਗ ਕਰਮੂ ਤੇ ਜਗਤ ਦੇ ਅੰਦਰ ਜਿਹੜੇ ਜਗ ਦੇ ਹਵਨ ਆਦਿਕ ਕੰਮ ਮੰਨੇ ਗਏ ਹਨ ਕਾਰਜ। ਨਾਮ ਬਿਨਾ ਬਿਰਥੇ ਸਭ ਧਰਮੂ, ਇਹ ਨਾਮ ਤੋਂ ਬਿਨਾ ਸਾਰੇ ਧਰਮ ਹੀ ਵਿਅਰਥ ਹਨ, ਸਾਰੇ ਕਰਮ ਹੀ ਵਿਅਰਥ ਹਨ। ਇਹ ਕਵੀਰਾਜ ਜੀ ਨੇ ਦੱਸਿਆ ਕਿ ਨਾਮ ਤੋਂ ਬਿਨਾ ਸਭ ਨਿਸਫਲ ਹਨ, ਨਾਮ ਜਪਿਆਂ ਹੀ ਸਭ ਸਫਲੇ ਹੁੰਦੇ ਆ। ਨਾਮਹੀਨ ਭਵ ਸਾਗਰ ਬੀਚੂ, ਨਾਮ ਤੋਂ ਜਿਹੜਾ ਹੀਣਾ ਹੈ ਮਨੁੱਖ, ਉਹ ਸੰਸਾਰ ਸਮੁੰਦਰ ਦੇ ਵਿੱਚ ਜਿਹੜਾ ਹੈ ਮਝਧਾਰ ਡੁੱਬ ਜਾਂਦਾ ਏ। ਜਨਮ ਧਰੇ ਊਚੂ ਕਬ ਨੀਚੂ, ਤੇ ਫਿਰ ਉਹ ਜਨਮ ਧਾਰਦਾ ਰਹਿੰਦਾ ਹੈ, ਕਦੇ ਉੱਚੀ ਕੁੱਲ ਵਿੱਚ ਵਾਸ਼ਨਾ ਮੁਤਾਬਕ, ਕਦੇ ਨੀਵੀਆਂ ਕੁੱਲਾਂ ਵਿੱਚ ਵਾਸ਼ਨਾ ਮੁਤਾਬਕ, ਕਦੀਆਂ ਉੱਚੀਆਂ ਜੂਨੀਆਂ ਦੇ ਅੰਦਰ ਭਾਵ ਉੱਚੀ ਜਿਵੇਂ ਮਨੁੱਖਾ ਜੂਨ ਮੰਨੀ ਗਈ ਹੈ, ਫਿਰ ਨੀਵੀਆਂ ਤ੍ਰਿਗਤ ਜੂਨਾਂ ਜਿਹੜੀਆਂ ਉਹ ਮੰਨੀਆਂ ਗਈਆਂ। ਇਵੇਂ ਨਾਮ ਤੋਂ ਹੀਣਾ ਮਨੁੱਖ ਜਨਮ ਤੇ ਜਨਮ ਲੈਂਦਾ ਰਹਿੰਦਾ, ਮੁਕਤ ਨਹੀਂ ਹੁੰਦਾ। ਨਾਮ ਬਿਨਾ ਤਿਗ ਰਾਜ ਸਮਾਜੂ, ਤੇ ਨਾਮ ਤੋਂ ਬਿਨਾ ਜੇ ਹੋਵੇ ਤੇ ਕੋਲ ਬਹੁਤ ਸਾਰਾ ਰਾਜ ਹੋਵੇ, ਬਹੁਤ ਸਾਰਾ ਇਸ ਪ੍ਰਕਾਰ ਜਿਹੜਾ ਵਰਤੋਂ ਵਿਹਾਰ ਦੇ ਪਦਾਰਥ ਹੋਣ, ਸਾਜੋ ਸਮਾਨ ਰਾਜਸੀ ਬਹੁਤ ਹੋਵੇ। ਨਾਮਹੀਨ ਜਗ ਜੀਵਨ ਲਾਜੂ, ਪਰ ਇਹੋ ਜਿਹਾ ਉਹ ਰਾਜ ਕਿਹੜੇ ਕੰਮ ਹੈ ਜੇ ਨਾਮ ਨਹੀਂ ਕੋਲ, ਨਾਮ ਦੀ ਪ੍ਰੀਤ ਨਹੀਂ ਹੈ। ਤੋ ਇਸ ਪ੍ਰਕਾਰ ਕਹਿੰਦੇ ਹਨ ਨਾਮ ਬਿਨਾ ਧਿਗ ਰਾਜ ਸਮਾਜੂ, ਧ੍ਰਿਗ ਹੈ ਉਸ ਰਾਜ ਦੇ ਸਮਾਜ ਨੂੰ ਜਿਹੜਾ ਨਾਮ ਤੋਂ ਹੀਣਾ ਹੈ ਰਾਜ, ਧ੍ਰਿਗ ਹੈ ਉਹਨਾਂ ਪਦਾਰਥਾਂ ਨੂੰ, ਸਾਰੇ ਸਾਜੋ ਸਮਾਨ ਨੂੰ ਜਿਹੜਾ ਭਾਈ ਨਾਮ ਤੋਂ ਸਖਣਾ ਹੈ। ਨਾਮਹੀਨ ਜਗ ਜੀਵਨ ਲਾਜੂ, ਜਗਤ ਦੇ ਅੰਦਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਕਿ ਉਹ ਜੀਵਨ ਲੱਜਾ ਦੇ ਸਹਿਤ ਹੈ ਜਿਹੜਾ ਨਾਮ ਤੋਂ ਸਖਣਾ ਏ। ਅਭੈ ਪਵਿੱਤ ਭੋਗੇ ਭਵ ਭੋਗੂ, ਜਿਹੜਾ ਨਿਡਰ ਹੋ ਕਰਕੇ ਸੰਸਾਰ ਦੇ ਅੰਦਰ ਬਹੁਤਾ ਜ਼ਿਆਦਾ ਭੋਗਾਂ ਨੂੰ ਭੋਗਦਾ ਹੈ ਤੇ ਨਿਸੰਗ ਹੋ ਕਰਕੇ ਕਰਮ ਕਰਦਾ ਏ। ਨਾਮ ਬਿਨਾ ਜਾਵੇ ਜਮ ਲੋਗੂ, ਪਰ ਵੇਖ ਲੋ ਨਾਮ ਤੋਂ ਸਖਣਾ ਉਹ ਜਿੰਨੇ ਮਰਜੀ ਇੱਥੇ ਭੋਗਾਂ ਨੂੰ ਭੋਗਦਾ, ਕਹਿੰਦਾ ਮੈਨੂੰ ਕੀ ਲੱਗਣ ਲੱਗਾ, ਨਿਸੰਗ ਭੋਗ ਲక్ష్ਮੀਓ। ਤੇ ਇਸ ਪ੍ਰਕਾਰ ਦੀ ਹਾਲਤ ਹੈ ਫਿਰ ਜਮ ਲੋਕ ਨੂੰ ਕਹਿੰਦੇ ਜਾਵੇਗਾ ਅੰਤ ਦੇ ਸਮੇਂ। ਸੁੰਦਰ ਮੰਦਰ ਅੰਗਨਾ ਸੇਜਾ, ਫਿਰ ਕਹਿੰਦੇ ਆ ਕਿ ਨਾਮ ਨੂੰ ਛੱਡ ਕਰਕੇ ਹੇ ਜੀਵ, ਹੇ ਮਨਾ, ਜਿੱਥੇ ਤੇਰਾ ਚਿੱਤ ਲੱਗਾ ਰਹਿੰਦਾ ਹੈ ਉਹ ਚਿੱਤ ਕਿੱਥੇ ਲੱਗਾ ਹੋਇਆ ਦੱਸਦੇ ਹਨ। ਸੁੰਦਰ ਮੰਦਰ ਅੰਗਨਾ ਸੇਜਾ, ਸੁੰਦਰ ਜਿਹੜੇ ਮੰਦਰ ਵਾ ਸੋਹਣੇ ਸੋਹਣੇ ਘਰ ਬਣਾਏ ਹੋਏ ਆ, ਅੰਗਨਾ ਇਸਤਰੀ ਦੇ ਕਾਮ ਚੇਸ਼ਟਾ ਵਿੱਚ ਮਨ ਫਸਿਆ ਰਹਿੰਦਾ ਹੈ, ਤੇ ਸੇਜਾਂ ਸੋਹਣੀਆਂ ਸੋਹਣੀਆਂ ਜਿਹੜੀਆਂ ਉਹ ਵਿਛਾ ਕਰਕੇ ਆਰਾਮ ਕਰਨਾ ਜਿਹੜਾ ਹੈ, ਇਹਨਾਂ ਵਿੱਚ ਤੇਰਾ ਮਨ ਜਿਹੜਾ ਲੱਗਾ ਰਹਿੰਦਾ ਹੈ ਨਾਮ ਨੂੰ ਭੁਲਾ ਕਰਕੇ। ਅੰਤ ਸਮੇਂ ਜਮ ਗਹਿ ਕਰ ਲੈ ਜਾ, ਪਰ ਅੰਤ ਦੇ ਸਮੇਂ ਸਭ ਕੁਝ ਹੀ ਛੱਡ ਕਰਕੇ ਚੱਲਣਾ ਪੈਣਾ ਹੈ। ਤੋ ਸਾਰਾ ਕੁਝ ਜਦੋਂ ਇਹ ਛਿਨ ਮਾਤਰ ਸਮੇਂ ਵਿੱਚ ਹੀ ਛੁੱਟ ਜਾਣਾ ਤੇ ਫਿਰ ਮਨਾ ਤੂੰ ਕਿਉਂ ਨਾਮ ਨੂੰ ਭੁਲਾ ਕਰਕੇ ਇਹਨਾਂ ਵਿੱਚ ਲੱਗਾ ਹੋਇਆ। ਜਮ ਜਿਹੜਾ ਹੈ ਅੰਤ ਦੇ ਸਮੇਂ ਛਿਨ ਮਾਤਰ ਸਮੇਂ 'ਚ ਹੀ ਪਕੜ ਕਰਕੇ ਲੈ ਜਾਵੇਗਾ। ਫਿਰ ਤੂੰ ਜਿਹੜੀ ਹੈ ਬਾਜੀ ਆਪਣੀ ਜ਼ਿੰਦਗੀ ਦੀ ਹਾਰ ਜਾਵੇਂਗਾ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਇਸ ਤਰ੍ਹਾਂ ਤੂੰ ਬਾਜੀ ਜਿਹੜੀ ਆ ਆਪਣੀ ਜ਼ਿੰਦਗੀ ਦੀ ਫਿਰ ਹਾਰ ਜਾਵੇਂਗਾ ਨਾਮ ਤੋਂ ਬਿਨਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਬਾਣੀ ਵਿੱਚ ਕਹਿੰਦੇ ਹੈ ਕਿ ਜਿਹੜਾ ਹੈ ਕਨਕ ਕਾਮਨੀ, ਜਿਹੜਾ ਕਨਕ ਸੋਨਾ ਜਿਹਦੇ ਨਾਲ ਹੇਤ ਵਧਾਇਆ ਹੋਇਆ ਬਹੁਤ ਜ਼ਿਆਦਾ,
ਇਸਤਰੀ ਦੇ ਮੋਹ ਵਿੱਚ ਫਸਿਆ ਰਹਿਣਾ ਹੈ। ਛੋੜ ਖਿਨੈ ਮੈਂ ਜਾਵਤ ਹੈ, ਛਿਨ ਮਾਤਰ ਸਮੇਂ ਵਿੱਚ ਹੀ ਤੂੰ ਛੱਡ ਕਰਕੇ ਇਸ ਸੰਸਾਰ ਤੋਂ ਜਾਵੇਂਗਾ। ਤੋ ਇਸ ਪ੍ਰਕਾਰ ਕਵੀਰਾਜ ਕਹਿੰਦੇ ਹੈ ਕਿ ਅੰਤ ਦੇ ਸਮੇਂ ਫਿਰ ਨਾਮ ਤੋਂ ਬਿਨਾਂ ਜਮਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਹਨ। ਚਤੁਰੰਗਨ ਤੁਜਨੀ ਬਲ ਧਰਨੀ, ਫਿਰ ਚਤੁਰੰਗਣੀ ਸੈਨਾ ਦੇ ਉੱਤੇ ਮਾਣ ਕਰੇ ਵੀ ਮੈਂ ਰਾਜਾ ਹਾਂ ਤੇ ਬਹੁਤ ਜ਼ਿਆਦਾ ਬਲ ਧਾਰਨ ਵਾਲਾ ਹੋਵੇ। ਤੇਹ ਛਿਨ ਕਾਹੂ ਨਾ ਤੇ ਹੋਏ ਕਰਨੀ, ਫਿਰ ਉਸ ਸਮੇਂ ਜਦੋਂ ਅੰਤ ਦਾ ਸਮਾਂ ਆਇਆ ਚਤੁਰੰਗਣੀ ਸੈਨਾ ਵੀ ਕੁਝ ਨਹੀਂ ਕਰ ਸਕੇਗੀ। ਬਹੁਤ ਜ਼ਿਆਦਾ ਤੂੰ ਬਲੀ ਆਪਣੇ ਆਪ ਨੂੰ ਸਮਝਦਾ ਹੈ, ਤੇਰਾ ਬਲ ਵੀ ਖੀਣ ਹੋ ਜਾਵੇਗਾ। ਉਸ ਸਮੇਂ ਕਾਲ ਤੋਂ ਤੂੰ ਬਚ ਨਹੀਂ ਸਕੇਗਾ। ਤੇਰੀ ਕੋਈ ਸੈਨਾ, ਤੇਰਾ ਕੋਈ ਸੈਨਾਪਤੀ ਤੈਨੂੰ ਬਚਾ ਨਹੀਂ ਸਕੇਗਾ। ਗਜ ਬਾਜੀ ਸਯੰਦਨ ਬਹੁ ਰੰਗੇ, ਫਿਰ ਬਹੁਤੇ ਜਿਹੜੇ ਗਜ ਹਾਥੀ ਹਨ, ਬਾਜੀ ਘੋੜੇ ਹਨ ਤੇ ਇਸ ਪ੍ਰਕਾਰ ਰੱਥ ਹਨ, ਬਹੁਤ ਜ਼ਿਆਦੇ ਜਿਹੜੇ ਇਸ ਪ੍ਰਕਾਰ ਗੱਡੇ ਆਦਿਕ। ਹੋਤ ਕੋਸ਼ ਗਮਨੇ ਪਗ ਨੰਗੇ, ਤੇ ਬਹੁਤਾ ਭਾਵੇਂ ਕੋਸ਼ ਖਜ਼ਾਨਾ ਵੀ ਭਰਿਆ ਹੋਇਆ। ਕਹਿੰਦੇ ਨਾਮ ਤੋਂ ਬਿਨਾਂ ਭਾਵੇਂ ਤੂੰ ਰਾਜਾ ਹੈ ਪਰ ਫਿਰ ਵੀ ਵੇਖ ਲੈ ਨੰਗੇ ਹੀ ਪੈਰੀਂ ਇੱਥੋਂ ਤੁਰਨਾ ਪੈਣਾ। ਨਾਮ ਹੀ ਅੰਤ ਨੂੰ ਨਾਲ ਚੱਲਦਾ ਹੈ। ਨਾਮ ਦਾ ਧਨ ਜੇ ਨਹੀਂ ਇਕੱਠਾ ਕੀਤਾ ਤਾਂ ਇਹ ਰਾਜ ਭਾਗ ਸਾਜ ਸਭ ਇੱਥੇ ਛੱਡ ਕੇ ਜਾਣਾ ਪੈਂਦਾ ਏ। ਸਿਵਕਾ ਡੋਰੇ ਤਜ ਕਰ ਨਾਨਾ ਪ੍ਰਕਾਰ ਦੀਆਂ ਜਿਹੜੀਆਂ ਸਵਾਰੀਆਂ ਹਨ, ਉਸ ਸਮੇਂ ਪਾਲਕੀਆਂ ਹੁੰਦੀਆਂ ਸੀਗੀਆਂ ਤੇ ਡੋਲੇ ਹੁੰਦੇ ਸੀਗੇ। ਇਹ ਸਾਰੀਆਂ ਸਵਾਰੀਆਂ ਨਾਨਾ ਪ੍ਰਕਾਰ ਦੀਆਂ। ਨਾਮ ਬਿਨਾ ਜਮਪੁਰੀ ਪਿਆਨਾ, ਇਹ ਨਾਮ ਤੋਂ ਬਿਨਾ ਕੁਝ ਵੀ ਨਾਲ ਨਹੀਂ ਚੱਲਦਾ। ਫਿਰ ਜਦੋਂ ਨਾਮ ਨਾ ਕੋਲ ਹੋਇਆ ਤਾਂ ਜਮ ਦੀ ਪੁਰੀ ਨੂੰ ਪਿਆਨਾ ਕਰਨਾ ਪਵੇਗਾ, ਜਾਣਾ ਪਵੇਗਾ। ਨਾਮਹੀਨ ਆਸ ਸਵਾਸ ਸਹਿਤ ਹੈ, ਤੇ ਹੁਣ ਦੱਸਦੇ ਆ ਕਿ ਵੇਖੋ ਇਹ ਸਰੀਰ ਜਿਹੜਾ ਨਾਮ ਤੋਂ ਹੀਣਾ ਹੈ ਨਾ, ਨਾਮ ਤੋਂ ਰਹਿ ਤਾਂ ਕਿੰਨਾ ਕਵੀ ਜੀ ਦਾ ਨਿਸ਼ਚਾ ਇਸ ਲਿਖਤ ਤੋਂ ਪ੍ਰਾਪਤ ਹੁੰਦਾ ਹੈ ਕਿ ਆਪ ਜੀ ਦਾ ਨਾਮ ਵਿੱਚ ਕਿੱਡਾ ਪਰਪੱਕ ਨਿਸ਼ਚਾ ਹੈ। ਕਹਿੰਦੇ ਜਿਹੜਾ ਸਰੀਰ ਨਾਮ ਤੋਂ ਬਿਨਾ ਹੈ ਤੇ ਉਹ ਸਵਾਸ ਜਿਹੜੇ ਲੈਂਦਾ ਉਹ ਕੈਸੇ ਹਨ। ਜਿਹ ਬਿਦ ਭਸਰਾ ਫੂਕ ਬਹਿਤ ਹੈ, ਕਹਿੰਦੇ ਜਿਵੇਂ ਉਹ ਭੁਸਰਾ ਹੁੰਦਾ ਨਾ, ਉਹ ਲੋਹਾਰ ਜਿਹਦੇ ਨਾਲ ਜਿਹੜਾ ਲੱਕੜ ਦਾ ਹੁੰਦਾ ਹੈ ਉਹਦੇ ਵਿੱਚ ਚਮੜਾ ਲੱਗਾ ਹੁੰਦਾ ਹੈ ਤੇ ਜਦੋਂ ਉਹਨੂੰ ਦੱਬੀਏ ਤੇ ਉਹਦੇ ਵਿੱਚੋਂ ਹਵਾ ਬਾਹਰ ਨੂੰ ਨਿਕਲਦੀ ਹੈ ਤੇ ਜਦੋਂ ਉਸ ਨੂੰ ਜਿਹੜਾ ਹੈ ਦੋਹਾਂ ਪਾਸਿਆਂ ਤੋਂ ਪਿਛਾਂਹ ਨੂੰ ਹਟਾਈਏ ਤੇ ਹਵਾ ਵਿੱਚ ਭਰਦੀ ਹੈ। ਇਸ ਪ੍ਰਕਾਰ ਉਹਨੂੰ ਅੱਗ ਬਾਲਣ ਲਈ ਜਿਹੜਾ ਹੈ ਵਰਤਦੇ ਹੈ। ਇਸ ਪ੍ਰਕਾਰ ਕਹਿੰਦੇ ਨਾਮ ਤੋਂ ਬਿਨਾਂ ਜਿਹੜੇ ਸਵਾਸ ਚੱਲਦੇ ਆ ਨਾ, ਇਹ ਵਿਸ਼ਿਆਂ ਵਿਕਾਰਾਂ ਦੀ ਅੱਗ ਹੀ ਬਾਲਦੇ ਆ ਅੰਦਰ। ਬਹੁਤ ਜ਼ਿਆਦਾ ਜੀਵ ਜਿਹੜੇ ਆ ਫਿਰ ਭਸਮ ਹੋ ਜਾਂਦੇ ਆ। ਸੋ ਇਸ ਪ੍ਰਕਾਰ ਕਹਿੰਦੇ ਹਨ ਕਵੀਰਾਜ ਜੀ ਕਿ ਜਿਹੜੇ ਸਰੀਰ ਨਾਮ ਤੋਂ ਸਖਣੇ ਆ, ਵਾਹਿਗੁਰੂ ਮੰਤਰ ਨਹੀਂ ਜਪਦੇ, ਸਵਾਸ ਤਾਂ ਆਉਂਦੇ ਆ ਉਹਨਾਂ ਨੂੰ, ਕਹਿੰਦੇ ਉਹ ਭੁਸਰੇ ਦੀ ਤਰ੍ਹਾਂ ਹੀ ਹਨ। ਭਸਰਾ ਵੀ ਕਹਿ ਦਿੰਦੇ। ਇਸ ਪ੍ਰਕਾਰ ਕਹਿੰਦੇ ਉਹਦੇ ਵਿੱਚ ਵੀ ਹਵਾ ਆਉਂਦੀ ਤੇ ਜਾਂਦੀ ਹੈ ਨਾ, ਇਹੋ ਜਿਹਾ ਸਰੀਰ ਉਹਨਾਂ ਦਾ ਫੋਕਾ ਹੀ ਹੈ। ਨਾਮ ਜਪਤ ਸੇ ਵੱਡੇ ਵਡੇਰੇ, ਜਿਹੜੇ ਨਾਮ ਜਪਦੇ ਉਹਨਾਂ ਦੀ ਮਹਿਮਾ ਕਹਿੰਦੇ ਵੱਡਿਆਂ ਤੋਂ ਵੀ ਵੱਡੇ ਹਨ। ਤਿੰਨ ਜਮਦੂਤ ਨਾ ਆਵਤ ਨੇਰੇ, ਜਮਦੂਤ ਜਿਹੜੇ ਆ ਮੌਤ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੀ, ਆਪਣੀ ਇੱਛਾ ਮੁਤਾਬਕ ਹੀ ਸਰੀਰ ਨੂੰ ਤਿਆਗਦੇ ਆ। ਗੁਰ ਕਹਿ ਸੰਸਾ ਨਹਿ ਕਰੋ, ਗੁਰੂ ਸਾਹਿਬ ਜੀ ਨੇ ਕਿਹਾ ਹੈ। ਕਵੀਰਾਜ ਕਹਿੰਦੇ ਭਾਈ ਹੁਣ ਦੱਸਦੇ ਆ ਆਪਣੀ ਕਵਿਤਾ ਵਿੱਚ ਲਿਖ ਕੇ ਕਿ ਇਹ ਗੁਰੂ ਸਾਹਿਬ ਦੇ ਕਹੇ ਹੋਏ ਵਾਕ ਨੇ ਕਿ ਨਾਮ ਦੇ ਉੱਤੇ ਸੰਸਾ ਨਾ ਮਨ ਵਿੱਚ ਕਰੋ, ਕਿ ਨਾਮ ਦੇ ਜਪਣ ਨਾਲ ਉਧਾਰ ਨਹੀਂ ਹੋਵੇਗਾ। ਗੁਰੂ ਸਾਹਿਬ ਕਹਿੰਦੇ ਆ ਸ਼ੰਕਾ ਨਾ ਕਰੋ ਭਾਈ, ਨਾਮ ਜਪਦਿਆਂ ਮੁਕਤ ਹੋ ਜਾਓਗੇ। ਸ਼ੁਦਾ ਨਗਨ ਕੋ ਕੋਏ, ਕਹਿੰਦੇ ਭਾਈ ਸ਼ੁਦਾ ਭੁੱਖ ਜਰਨੀ ਪਵੇ, ਨੰਗੇ ਰਹਿਣਾ ਪਵੇ ਤਾਂ ਕੋਈ ਕਿਸੇ ਪ੍ਰਕਾਰ ਸ਼ੰਕਾ ਨਾ ਕਰੋ ਕਿ ਇੰਨੀ ਬਿਪਤਾ ਆ ਗਈ ਕਿ ਭੁੱਖੇ ਸਮਾਂ ਕੱਟਣਾ ਪੈ ਜਾਵੇ, ਇੰਨੀ ਬਿਪਤਾ ਆ ਜੇ ਕਿ ਨੰਗੇ ਰਹਿਣਾ ਪੈ ਜਾਵੇ, ਕੋਈ ਵਸਤਰ ਨਾ ਓੜਨ ਨੂੰ ਮਿਲੇ। ਇੱਕ ਸੰਸਾ ਮਨ ਰਾਖੀਏ, ਪਰ ਇੱਕ ਸ਼ੰਕਾ ਜਿਹੜਾ ਮਨ ਵਿੱਚ ਕਹਿੰਦੇ ਰੱਖਣਾ ਕਰੋ, ਬਿਸਰੇ ਨਹਿ ਪ੍ਰਭ ਸੋਏ, ਕਿ ਇੱਕ ਡਰ ਮਨ ਵਿੱਚ ਰੱਖੋ ਕਿ ਪ੍ਰਭੂ ਨਾ ਵਿਸਰ ਜਾਵੇ, ਵਾਹਿਗੁਰੂ ਨਾਮ ਨਾ ਵਿਸਰੇ। ਇਸ ਗੱਲ ਤੋਂ ਨਾ ਡਰੋ ਕਿ ਮੈਨੂੰ ਖਾਣ ਨੂੰ ਕਿੱਥੋਂ ਮਿਲੇਗਾ, ਪਹਿਰਨ ਨੂੰ ਕਿੱਥੇ ਮਿਲੇਗਾ, ਇਹ ਗੱਲ ਦੀ ਸ਼ੰਕਾ ਨਾ ਕਰੋ, ਕਿਉਂਕਿ ਕਹਿੰਦੇ ਤਾਂ ਵਾਹਿਗੁਰੂ ਦੀ ਜ਼ਿੰਮੇਵਾਰੀ ਹੈ, ਪਰਮੇਸ਼ਰ ਨੇ ਦੇਣਾ ਹੈ। ਤੋ ਕਿੱਡਾ ਵੱਡਾ ਕਵੀਰਾਜ ਜੀ ਦਾ ਨਿਸ਼ਚਾ ਅਟਲ ਹੈ ਵਾਹਿਗੁਰੂ ਜੀ ਦੇ ਉੱਪਰ। ਇਸ ਪ੍ਰਕਾਰ ਕਵੀਰਾਜ ਜੀ ਨੇ
ਇਹ ਆਪਣੀ ਲਿਖਤ ਦੇ ਅੰਦਰ ਜਿਹੜਾ ਹੈ ਉਹ ਨਿਸ਼ਚਾ ਦਰਸਾਇਆ ਹੈ। ਕਰਹੁ ਭਗਤ ਸਤਨਾਮ ਜਪੀਜੈ। ਕਹਿੰਦੇ ਭਗਤੀ ਕਰੋ, ਸੱਚੇ ਨਾਮ ਨੂੰ ਭਾਈ ਜਪਣਾ ਕਰੋ। ਗੁਰ ਸੇਵਾ ਕੇ ਤਤਪਰ ਥੀਜੈ। ਤੇ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਤਤਪਰ ਹੋਣਾ ਕਰੋ। ਸਦਾ ਹੀ ਜੇ ਗੁਰੂ ਸਾਹਿਬ ਜੀ ਦੀ ਸੇਵਾ ਮਿਲੇ ਤਾਂ ਮਹਾ ਮਹਾਤਮ ਸਿਮਰੇ ਨਾਮ। ਵੱਡਾ ਮਹਾ ਮਹਾਤਮ ਕੋਈ ਗਿਣਿਆ ਹੀ ਨਹੀਂ ਜਾ ਸਕਦਾ। ਕਹਿੰਦੇ ਜੇ ਨਾਮ ਨੂੰ ਸਿਮਰੇ ਕੋਈ, ਮਨ ਕੋ ਕੀਜਹਿ ਤਹਿ ਬਿਸਰਾਮ। ਆਪਣੇ ਮਨ ਦਾ ਉੱਥੇ ਵਿਸ਼ਰਾਮ ਭਾਵ ਟਿਕਾਣਾ ਕਰ ਲਵੋ, ਜਿੱਥੇ ਵਾਹਿਗੁਰੂ ਜੀ ਦੇ ਨਾਮ ਨਾਲ ਸ਼ਾਂਤੀ ਪ੍ਰਾਪਤ ਹੋ ਜਾਵੇ। ਭਾਵ ਆਪਣੇ ਮਨ ਦਾ ਵਿਸ਼ਰਾਮ ਵਾਹਿਗੁਰੂ ਦੇ ਨਾਮ ਵਿੱਚ ਬਣਾ ਲਵੋ, ਨਾਮ ਵਿੱਚ ਆਪਣੇ ਮਨ ਨੂੰ ਟਿਕਾ ਲਵੋ। ਸਵਾਰਥ ਕਿਦੋਂ ਅਕਾਰਥ ਬ੍ਰਿੰਦ। ਕਹਿੰਦੇ ਜਾਂ ਤਾਂ ਸਵਾਰਥ ਨਾਲ ਕੋਈ ਜਪਦਾ ਹੈ ਜਾਂ ਕੋਈ ਅਕਾਰਥ ਉਵੇਂ ਹੀ ਜਪਦਾ ਹੈ, ਕਿਉਂਕਿ ਕਈ ਪਦਾਰਥ ਦੀ ਇੱਛਾ ਲੈ ਕਰਕੇ ਜਪਦੇ ਹੈ, ਕੋਈ ਇੱਛਾ ਰਹਿਤ ਹੋ ਕਰਕੇ ਜਪਦੇ ਹੈ। ਕਵੀਰਾਜ ਕਹਿੰਦੇ ਭਾਈ ਬ੍ਰਿੰਦ ਬਹੁਤੇ ਜਿਹੜੇ ਆ ਚਾਹੇ ਕੋਈ ਇੱਛਾ ਲੈ ਕੇ ਜਪਦਾ, ਚਾਹੇ ਕੋਈ ਨਿਰਿਛਤ ਹੋ ਕੇ ਜਪਦਾ ਏ। ਫੁਰਹਿ ਸਦਾ ਮਨ ਥਿਰ ਨ ਰਹਿੰਦ। ਤੇ ਸਦਾ ਮਨ ਵਿੱਚ ਫੁਰਨੇ ਫੁਰਦੇ ਰਹਿੰਦੇ ਐ, ਤੇ ਮਨ ਜਿਨ੍ਹਾਂ ਦਾ ਸਥਿਰ ਨਹੀਂ ਰਹਿੰਦਾ ਹੈ। ਸਨੇ ਸਨੇ ਤਿਸ ਕੋ ਅਟਕਾਏ। ਹੌਲੀ ਹੌਲੀ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਆਪਣੇ ਮਨ ਨੂੰ ਅਟਕਾਵੇ, ਭਾਵ ਰੋਕੇ ਫੁਰਨਿਆਂ ਵਿੱਚੋਂ, ਫੁਰਨਿਆਂ ਤੋਂ ਰੋਕ ਕਰਕੇ ਵਾਹਿਗੁਰੂ ਮੰਤਰ ਵਿੱਚ ਲਾਉਣਾ ਕਰੇ। ਕਰਹੁ ਟਿਕਾਵਨ ਕੀਰ ਉਪਾਏ। ਤੇ ਆਪਣੇ ਮਨ ਨੂੰ ਟਿਕਾਉਣ ਦੇ ਉਪਾਅ ਜਿਹੜੇ ਆ ਉਹ ਲੱਭਣਾ ਕਰੇ। ਮਨ ਭੱਜਣ ਦੇ ਰਾਹ ਤਾਂ ਆਪੇ ਹੀ ਲੱਭ ਲੈਂਦਾ ਹੈ, ਪਰ ਮਨ ਨੂੰ ਟਿਕਾਉਣ ਦੇ ਰਾਹ ਜਿਹੜੇ ਹੈ ਗੁਰੂ ਜੀ ਦੀ ਸਿੱਖਿਆ ਵਿੱਚੋਂ ਲੱਭਣਾ ਕਰੇ। ਕਵੀਰਾਜ ਜੀ ਦੀ ਇਹ ਲਿਖਤ ਦੱਸਦੀ ਹੈ ਕਿ ਆਪ ਕਿੱਡੇ ਨਾਮ ਅਭਿਆਸੀ ਹਨ। ਤੇ ਕਵੀਰਾਜ ਜੀ ਦੇ ਅੱਗੇ ਜਿਵੇਂ ਰੋਜ਼ ਦੀ ਕਿਰਿਆ ਵਿੱਚ ਆਵੇਗਾ, ਕਿਉਂਕਿ ਬਹੁਤ ਮਿਹਨਤ ਨਾਲ ਲੱਭ ਕੇ ਇੱਥੇ ਹਵਾਲੇ ਦਿੱਤੇ ਹੈ। ਜੋ ਇਹ ਭਾਸ਼ਾ ਵਿਭਾਗ ਨੇ ਪੋਥੀ ਸਾਹਿਬ ਜਿਹੜਾ ਪਹਿਲਾ ਭਾਗ ਜਿਹੜਾ ਛਾਪਿਆ ਹੈ, ਮਨ ਦੀ ਇੱਛਾ ਤਾਂ ਸੀ ਕਿ ਇਸ ਦੀ ਸਾਰੀ ਕਥਾ ਹੋਵੇ, ਪਰ ਇਹ ਸਾਰੀ ਕਥਾ ਜਿਹੜੀ ਹੈ ਇਸ ਦੀ ਕਰਨੀ ਬਹੁਤ ਦੁਸਤਰਵ ਹੈ। ਪਰ ਇਹ ਕੀ ਹੈ ਕਿ ਇਸ ਪੋਥੀ ਦੀ ਇੱਕ ਆਡੀਓ ਜਿਹੜੀ ਹੈ ਉਹ ਜ਼ਰੂਰ ਮਹਾਰਾਜ ਸਾਹਿਬ ਜੀ ਨੂੰ ਪਾਇਆ ਤਾਂ ਤਿਆਰ ਕਰਾਂਗੇ, ਤਾਂ ਜੋ ਜਿਹੜੇ ਆ ਸੁਣਨ ਵਾਲੇ ਗੁਰਮੁਖ ਲਾਹਾ ਲੈ ਸਕਣ। ਕਵੀਰਾਜ ਜੀ ਦਾ ਜੀਵਨ ਬਹੁਤ ਖੋਜ ਕਰਕੇ ਬਹੁਤਾ ਵਿਸਥਾਰ ਦਾ ਸਾਹਿਤ ਨਹੀਂ ਹੈ, ਪਰ ਫਿਰ ਵੀ ਜਿੰਨਾ ਕੁ ਲਿਖਿਆ ਹੈ ਉਹ ਬਹੁਤ ਹੀ ਕਮਾਲ ਦਾ ਲਿਖਿਆ ਹੈ। ਇਸ ਪ੍ਰਕਾਰ ਕਵੀਰਾਜ ਜੀ ਦੇ ਜੀਵਨ ਤੇ ਹਵਾਲੇ ਦਿੱਤੇ ਹੈ। ਕਵੀਰਾਜ ਜੀ ਦੀ ਸ਼ਖਸੀਅਤ ਨੂੰ ਜਿਹੜਾ ਹੈ ਉਭਾਰਨ ਦਾ ਯਤਨ ਕੀਤਾ। ਐਸੇ ਮਹਾਂਪੁਰਖ ਦੀ ਬਾਬਤ ਲਿਖਣਾ ਓਨਾ ਹੀ ਕਠਿਨ ਹੁੰਦਾ ਹੈ ਜਿੰਨਾ ਕਿ ਪਰਮੇਸ਼ਰ ਦੇ ਬਾਰੇ ਦੱਸਣਾ ਕਠਿਨ ਹੁੰਦਾ ਹੈ, ਕਿਉਂਕਿ ਹਰੀ ਦੇ ਸੇਵਕ ਹਰੀ ਵਰਗੇ ਹੀ ਬਣ ਜਾਂਦੇ ਹੈ। ਇਸ ਕਰਕੇ ਉਹਨਾਂ ਦੀ ਸ਼ਖਸੀਅਤ ਬਾਰੇ ਕਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਮਹਾਰਾਜ ਜੀ ਨੇ ਬਾਣੀ ਦੇ ਅੰਦਰ ਹਵਾਲੇ ਦਿੱਤੇ ਹੈ ਕਿ ਭਾਈ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੇ ਤੇਤਾ ਬਖਿਆਨੈ। ਇਉਂ ਸਾਧੂ ਹਨ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ, ਤੇ ਉਹਨਾਂ ਦੇ ਜੀਵਨ ਦੇ ਵਿੱਚ ਜੋ ਕੁਝ ਵਰਤਾਰੇ ਵਰਤੇ ਹੈ ਤੋ ਸਾਰਾ ਜੀਵਨ ਜਿਹੜਾ ਉਹ ਤਾਂ ਬਹੁਤ ਵਡਮੁੱਲਾ ਹੈ, ਪਰ ਫਿਰ ਵੀ ਬਹੁਤ ਇੱਥੇ ਚੁਣ ਕੇ ਸੋਹਣੀਆਂ ਗੱਲਾਂ ਕਵੀਰਾਜ ਜੀ ਦੇ ਜੀਵਨ ਦੇ ਵਿੱਚ ਜੋ ਵਰਤੀਆਂ ਹਨ ਦੱਸੀਆਂ ਹਨ। ਕਵੀਰਾਜ ਦੱਸਦੇ ਹੈ ਕਿ ਭਾਈ ਨਾਮ ਦੇ ਉੱਪਰ ਨਿਸ਼ਚਾ ਜਿਹੜਾ ਨਾ ਉਹ ਟਿਕਾਓ ਆਪਣਾ, ਫਿਰ ਪੜੋ। ਕਰਹੁ ਟਿਕਾਵਨ ਕੀਰ ਉਪਾਏ। ਕਹਿੰਦੇ ਮਨ ਨੂੰ ਟਿਕਾਉਣ ਦੇ ਉਪਾਅ ਜਿਹੜੇ ਆ ਉਹ ਕਰਨਾ ਕਰੋ। ਜਿਮ ਜਿਮ ਥਿਰਤਾ ਗਹਿ ਸੁਭਾਊ। ਜਿਵੇਂ ਸੁਤੇ ਸਿਰ ਦੀ ਹੌਲੀ ਹੌਲੀ ਜਿਹੜਾ ਨਾ ਮਨ ਫਿਰ ਸਥਿਰ ਹੋਣ ਲੱਗ ਜਾਂਦਾ ਹੈ, ਵਾਹਿਗੁਰੂ ਮੰਤਰ ਨਾਲ ਟਿਕਣ ਲੱਗ ਜਾਂਦਾ ਹੈ। ਗੁਰ ਮੰਤਰ ਵਿੱਚ ਐਸੀ ਸ਼ਕਤੀ ਹੈ ਕਿ ਭਟਕੇ ਹੋਏ ਮਨ ਨੂੰ ਆਪਣੇ ਵੱਲ ਖਿੱਚ ਲੈਂਦਾ, ਜਿਵੇਂ ਚੁਬਕ ਖਿੱਚ ਲੈਂਦੀ ਹੈ ਨਾ ਲੋਹੇ ਨੂੰ, ਇਵੇਂ ਮਹਾਰਾਜ ਜੀ ਦਾ ਨਾਮ ਜਿਹੜਾ ਫਿਰ ਮਨ ਨੂੰ ਪ੍ਰਭਾਵਿਤ ਕਰਕੇ ਆਪਣੇ ਵੱਲ ਕਰ ਲੈਂਦਾ, ਖਿੱਚ ਲੈਂਦਾ। ਮਨ ਜਿਹੜਾ ਫਿਰ ਟਿਕ ਜਾਂਦਾ। ਕਵੀਰਾਜ ਕਹਿੰਦੇ ਹੋ ਭਾਈ ਨਾਮ ਦੇ ਜਪਣ ਵਿੱਚ ਮਿਹਨਤ ਕਰੇ ਤੇ ਫਿਰ ਮਨ ਨੂੰ ਟਿਕਾਉਣਾ ਕਰੇ। ਤਿਮ ਤਿਮ ਨਿਪੁੰਨ ਕਰਹਿ ਬਿਰਧਾਊ। ਤੇ ਤਿਵੇਂ ਫਿਰ ਛੱਡ ਨਾ ਦੇਵੇ, ਨਿਪੁੰਨ ਹੋਣਾ ਕਰੇ ਉਸ ਕਾਰਜ ਦੇ ਅੰਦਰ, ਤੇ ਫਿਰ ਹੌਲੀ ਹੌਲੀ ਵੱਧਦਾ ਜਾਵੇਗਾ ਇਹ ਰਸ, ਇਹ ਆਨੰਦ। ਇਉਂ ਜਿਹੜੇ ਅਭਿਆਸੀ ਹੈ ਉਹ ਫਿਰ ਜਿਵੇਂ ਕੋਈ ਵੀ ਕੰਮ ਕਰਦਾ ਉਹ ਆਪਣੇ ਕੰਮ ਕਰਨ ਵਿੱਚ ਨਿਪੁੰਨ ਹੁੰਦੇ ਆ,
ਜਦੋਂ ਆਮ ਆਦਮੀ ਉਹਨੂੰ ਕਹੋ ਕਿ ਰੋਜ਼ ਜਿਹੜਾ ਨਾਮ ਨਹੀਂ ਜਪਦਾ, ਘੜੀ ਪਲ ਚੌਂਕੜਾ ਲਾ ਕੇ ਭਜਨ ਕਰਨਾ, ਹੁਣ ਤਾਂ ਫੁਰ ਨਹੀਂ ਕਰੀ ਜਾਣੇ, ਨਾਮ ਵਿੱਚ ਮਨ ਕਿੱਥੋਂ ਲੱਗਣਾ ਹੈ। ਪਰ ਜਿਹੜੇ ਨਿਪੁੰਨ ਹੋ ਜਾਂਦੇ ਆ, ਉਹ ਹਰ ਵੇਲੇ ਭਜਨ ਵਿੱਚ ਚਿੱਤ ਜੋੜਨ ਦਾ ਯਤਨ ਕਰਦੇ ਰਹਿੰਦੇ ਆ, ਰੋਜ਼ ਦਾ ਅਭਿਆਸ ਵੀ ਕਰਦੇ ਆ, ਮਨ ਨੂੰ ਟਿਕਾਉਣ ਦੇ ਉਪਾਅ ਲੱਭਦੇ ਰਹਿੰਦੇ ਆ। ਅਤੇ ਜਦੋਂ ਫਿਰ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਉਹਨਾਂ ਨੂੰ ਇੰਨੇ ਉਪਾਅ ਲੱਭ ਪੈਂਦੇ ਆ, ਇੰਨੇ ਨਿਪੁੰਨ ਹੋ ਜਾਂਦੇ ਆ, ਚੌਂਕੜਾ ਲਾਉਂਦੇ ਆ ਕਿ ਬਿਰਤੀ ਇਕਾਗਰ ਹੋ ਜਾਂਦੀ, ਟਿਕ ਕੇ ਫਿਰ ਵਾਹਿਗੁਰੂ ਭਜਨ ਵਿੱਚ ਜੁੜ ਜਾਂਦੇ ਆ। ਇਸ ਤਰ੍ਹਾਂ ਕਵੀਰਾਜ ਕਹਿੰਦੇ ਫਿਰ ਵੱਧ ਜਾਂਦਾ ਹੈ ਇਹ ਰਸ, ਇਹ ਆਨੰਦ, ਇਉਂ ਨਿਪੁੰਨ ਹੋ ਜਾਈਦਾ ਹੈ ਇਹਨਾਂ ਕਾਰਜਾਂ ਵਿੱਚ। ਸਤਿਗੁਰ ਕੇ ਪਗ ਪੰਕਜ ਲਾਵੈ। ਸਤਿਗੁਰੂ ਜੀ ਦੇ ਜਿਹੜੇ ਚਰਨ ਕਮਲ ਹਨ ਉਹਨਾਂ ਵਿੱਚ ਆਪਣੇ ਮਨ ਨੂੰ ਲਾਉਣਾ ਕਰੇ। ਮਹਾਰਾਜ ਜੀ ਦੇ ਚਰਨ ਕਮਲ ਨਾਮ ਹੈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਕਵੀਰਾਜ ਕਹਿੰਦੇ ਆਪਣੇ ਮਨ ਨੂੰ ਲਾਉਣਾ ਕਰੇ। ਕਹਿ ਲਿਵ ਨਾਮ ਵਿਖੈ ਅਟਕਾਵੇ। ਤੇ ਜਾਂ ਫਿਰ ਨਾਮ ਦੀ ਲਿਵ ਵਿੱਚ ਜਿਹੜਾ ਹੈ ਆਪਣੇ ਮਨ ਨੂੰ ਰੋਕ ਲਵੇ। ਨਾਮ ਦੀ ਲਿਵ ਜਿਹੜੀ ਹੈ ਗੁਰਮੰਤਰ ਦੀ ਧੁਨ ਸੁਣਨ ਦੇ ਵਿੱਚ ਲੱਗ ਜਾਂਦੀ ਹੈ। ਜਦੋਂ ਵਾਹਿਗੁਰੂ ਮੰਤਰ ਨੂੰ ਕੰਨਾਂ ਨਾਲ ਸੁਣੀਏ ਤੇ ਇੱਕ ਲਿਵ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਉ। ਜਿਵੇਂ ਭੱਟਾ ਨੇ ਵੀ ਕਿਹਾ, ਜਿਹਨੂੰ ਇਹ ਨਾਮ ਦੀ ਲਿਵ ਲੱਗ ਜਾਂਦੀ ਹੈ ਉਹ ਫਿਰ ਦ੍ਰਿੜ ਹੋ ਜਾਂਦੇ ਹੈ। ਭਾਵ ਇੱਕ ਰਸ ਉਹਨਾਂ ਦਾ ਮਨ ਜਿਹੜਾ ਹੈ, ਸੁਰਤ ਜਿਹੜੀ ਆ ਉਹ ਨਾਮ ਵਿੱਚ ਜੁੜ ਜਾਂਦੀ ਹੈ। ਲੱਗਿਓ ਹਮਾਊ ਪੰਖ ਜਿਉ ਸੰਗਾ। ਹੁਣ ਕਵੀਰਾਜ ਜੀ ਪ੍ਰਮਾਣ ਦਿੰਦੇ ਆ, ਕਹਿੰਦੇ ਜਿਵੇਂ ਹਮਾਯੂ ਪੰਛੀ ਦੇ ਖੰਭ ਜਿਹੜੇ ਆ ਜਿਸ ਤੀਰ ਨਾਲ ਲੱਗ ਜਾਣ, ਜਬ ਛੂਟੇ ਧਨ ਤੇ ਸੋ ਖਤੰਗਾ। ਜਦੋਂ ਧਨੁਸ਼ ਤੋਂ ਉਹ ਖਤੰਗ ਤੀਰ ਛੁੱਟਦਾ ਏ, ਪਰ ਕੇ ਬਲ ਕਰ ਹੋਤ ਉਡਾਊ। ਤੇ ਪਰਾਂ ਦੇ ਬਲ ਕਰਕੇ ਉਹ ਉੱਡ ਜਾਂਦਾ, ਆਕਾਸ਼ ਵੱਲ ਨੂੰ, ਧਰਤੀ ਤੇ ਨਹੀਂ ਆਉਂਦਾ। ਪਹੁੰਚੈ ਸੋ ਜਹੈ ਦੇਸ ਹਮਾਊ। ਉੱਥੇ ਪਹੁੰਚ ਜਾਂਦਾ ਉਹ ਤੀਰ ਜਿੱਥੇ ਹਮਾਯੂ ਪੰਛੀ ਦਾ ਦੇਸ਼ ਹੈ। ਬਾਹਰ ਨਾ ਆਏ ਪਰੈ ਕਬ ਧਰਨੀ। ਫਿਰ ਬਾਹਰੋਂ ਕਦੇ ਧਰਤੀ ਤੇ ਆ ਕੇ ਉਹ ਤੀਰ ਨਹੀਂ ਡਿੱਗਦਾ। ਤੈਸੀ ਰੀਤ ਨਾਮ ਕੀ ਬਰਨੀ। ਇਹੋ ਜੀ ਰੀਤ ਮਰਿਆਦਾ ਨਾਮ ਦੀ ਕਹੀ ਹੈ। ਕਵੀਰਾਜ ਕਹਿੰਦੇ ਨੇ ਸਾਡਾ ਮਨ ਜਾਂ ਸਰੀਰ ਇਹ ਤਾਂ ਹੈ ਤੀਰ ਦੀ ਨਿਆਈ, ਵਾਹਿਗੁਰੂ ਨਾਮ ਜਿਹੜਾ ਉਹ ਖੰਭ ਦੀ ਨਿਆਈ ਹੈ। ਜਿਸ ਨੇ ਆਪਣੇ ਮਨ ਰੂਪੀ ਤੀਰ ਨੂੰ, ਸਰੀਰ ਰੂਪੀ ਤੀਰ ਨੂੰ ਵਾਹਿਗੁਰੂ ਨਾਮ ਰੂਪੀ ਖੰਭ ਲਾ ਲਿਆ ਨਾ, ਤੇ ਫਿਰ ਵਾਹਿਗੁਰੂ ਦਾ ਦੇਸ਼ ਕਿਹੜਾ ਹੈ? ਸੱਚਖੰਡ ਵਸੈ ਨਿਰੰਕਾਰ। ਫਿਰ ਵਾਹਿਗੁਰੂ ਨਾਮ ਜਿਹੜਾ ਹੈ ਸਾਡੇ ਮਨ ਰੂਪੀ ਤੀਰ ਨੂੰ, ਸਰੀਰ ਭਾਵੇਂ ਪੰਜ ਭੂਤ ਕੇਥੇ ਹੀ ਰਹਿ ਜਾਂਦਾ ਹੈ, ਅਗਨ ਭੇਟ ਜਦੋਂ ਹੋ ਜਾਂਦਾ ਹੈ, ਇਸ ਪ੍ਰਕਾਰ ਸੂਖਸ਼ਮ ਸਰੀਰ ਜਿਹੜਾ ਉਹ ਵੀ ਲੈ ਹੋ ਜਾਂਦਾ ਹੈ, ਕਾਰਨ ਸਰੀਰ ਵੀ ਲੈ ਹੋ ਜਾਂਦਾ ਹੈ, ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦੇ ਆ ਉਹ, ਤੇ ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਆ। ਨਾਮ ਜਿਹੜਾ ਉਹ ਨਾਮੀ ਵਿੱਚ ਅਭੇਦ ਹੈ, ਨਾਮ ਵਾਹਿਗੁਰੂ ਵਿੱਚ ਅਭੇਦ ਕਰ ਦਿੰਦਾ ਏ। ਇੱਕ ਚਿਤ ਸਿਮਰਹਿ ਜੇ ਦਿਨ ਰਾਤੀ। ਜਿਹੜੇ ਇੱਕ ਚਿੱਤ ਹੋ ਕਰਕੇ ਸਿਮਰਨ ਕਰਦੇ ਆ ਦਿਨ ਅਤੇ ਰਾਤ, ਵਾਹਿਗੁਰੂ ਵਾਹਿਗੁਰੂ ਜਪਦੇ ਆ ਪਿਆਰ ਨਾਲ। ਛੁਟੈ ਦੇਹ ਤੇ ਹੋਏ ਸੰਗਾਤੀ। ਤੇ ਉਹ ਫਿਰ ਦੇਹ ਤੋਂ ਛੁੱਟ ਜਾਂਦੇ ਆ, ਭਾਵ ਦੇਹ ਅਧਿਆਸ ਉਹਨਾਂ ਦਾ ਖਤਮ ਹੋ ਜਾਂਦਾ ਹੈ। ਇਹ ਜੀਵਨ ਮੁਕਤੀ ਦਾ ਇਸ਼ਾਰਾ ਕਵੀਰਾਜ ਜੀ ਕਰ ਰਹੇ ਆ ਕਿ ਦੇਹ ਦੇ ਹੁੰਦਿਆਂ ਹੋਇਆਂ ਹੀ ਉਹ ਦੇਹ ਦੇ ਬੰਧਨਾਂ ਤੋਂ ਛੁੱਟ ਜਾਂਦੇ ਆ। ਨਾ ਉਹਨਾਂ ਨੂੰ ਨੀਂਦ ਰਹਿੰਦੀ ਹੈ, ਨਾ ਭੁੱਖ ਰਹਿੰਦੀ ਹੈ, ਨਾ ਪਿਆਸ ਰਹਿੰਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਦੇਹ ਦੇ ਹੀ ਧਰਮ ਹਨ ਨਾ, ਫਿਰ ਆ ਕੇ ਦੇਹ ਤੇ ਪ੍ਰਗਟ ਹੁੰਦੇ ਆ, ਭਾਵੇਂ ਮਨ ਕਰਕੇ ਵਿਆਪਦੇ ਆ। ਇਹ ਸਾਰੇ ਹੀ ਇਸ ਪ੍ਰਕਾਰ ਇਹਨਾਂ ਤੋਂ ਛੁੱਟ ਜਾਈਦਾ, ਕਿਉਂਕਿ ਉਹ ਫਿਰ ਦੇਹ ਦੇ ਸੰਗੀ ਨਹੀਂ ਰਹਿੰਦੇ। ਵਾਹਿਗੁਰੂ ਜਾਗਦੀ ਜੋਤ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਆ। ਜਹ ਨਾਮੀ ਕੋ ਦੇਸ਼ ਸੁਹਾਵਨ। ਜਿੱਥੇ ਨਾਮੀ ਦਾ ਸੋਹਣਾ ਦੇਸ਼ ਸੁਹਾ ਰਿਹਾ, ਸ਼ੋਭ ਰਿਹਾ ਏ, ਤਹਾਂ ਕਰੈ ਬਿਨ ਬਿਲਮ ਪੁਚਾਵਨ। ਬਿਨਾਂ ਦੇਰੀ ਤੋਂ ਨਾਮ ਉੱਥੇ ਪਹੁੰਚਾ ਦਿੰਦਾ ਏ। ਬਚੁਰ ਨਾ ਜਗ ਮਹਿ ਪਾਵੈ ਦੇਹੀ, ਬਹੁਰ ਨਾ ਜਗ ਮਹਿ ਪਾਵੈ ਦੇਹੀ। ਬਹੁਰੋਂ ਫਿਰ ਜਗਤ ਦੇ ਅੰਦਰ ਉਹ ਦੇਹ ਨਹੀਂ ਪਾਉਂਦੇ ਜਿਹੜੇ ਵਾਹਿਗੁਰੂ ਮੰਤਰ ਦੇ ਅਭਿਆਸੀ ਹੁੰਦੇ ਆ। ਸਤ ਨਾਮ ਕੇ ਭੇਜ ਸਨੇਹੀ। ਤੇ ਸਤ ਨਾਮ ਦੇ ਭੇ ਦੁਬਾਰਾ ਪੜੋ। ਸਤ ਨਾਮ ਕੇ ਭੇਜ ਸਨੇਹੀ। ਭੇ ਵੱਖਰਾ ਜੋ ਵੱਖਰਾ। ਹਾਂਜੀ।
ਸਤਨਾਮ ਕੇ ਭੇਜੋ ਸਨੇਹੀ। ਸਤਨਾਮ ਦੇ ਸੱਚੇ ਨਾਮ ਵਾਹਿਗੁਰੂ ਮੰਤਰ ਦੇ ਜੋ ਹੋਏ ਹਨ ਪ੍ਰੇਮੀ। ਸਤਨਾਮ ਕੋ ਸਿਮਰਨ ਕਰਨੋ। ਸੱਚੇ ਨਾਮ ਦਾ ਜੋ ਸਿਮਰਨ ਕਰਨਾ ਹੈ। ਇਹੀ ਜੋਗ ਇਕ ਲਿਵ ਕੋ ਬਰਨੋ। ਇਹੀ ਜੋਗ ਸਾਰਿਆਂ ਜਾਨੋਂ ਨੇ ਕਰ ਲਿਆ, ਉਹ ਜੁੜ ਗਿਆ। ਇੱਕ ਲਿਵ ਜਿਹੜੀ ਹੈ ਵਾਹਿਗੁਰੂ ਨਾਮ ਵਿੱਚ ਜਿਸ ਦੀ ਲੱਗ ਗਈ, ਕਵੀਰਾਜ ਕਹਿੰਦੇ ਭਾਈ ਗੁਰੂ ਸਾਹਿਬ ਜੀ ਨੇ ਦੱਸਣਾ ਕੀਤਾ ਏ। ਮੁਖ ਤੇ ਕੈ ਮਨ ਤੇ ਸਦਾ ਲਿਵ ਨਾਮ ਲਗਾਵੇ। ਚਾਹੇ ਮੁਖ ਤੋਂ ਤੇ ਪਹਿਲਾਂ ਮੁਖ ਤੋਂ ਹੀ ਲਾਉਣੀ ਪੈਂਦੀ ਹੈ। ਮੁਖ ਤੋਂ ਨਾਮ ਦੀ ਲਿਵ ਲਾਉਣੀ, ਭਾਵ ਵਾਹਿਗੁਰੂ ਵਾਹਿਗੁਰੂ ਮੁਖ ਨਾਲ ਜਪਣਾ। ਇਉਂ ਕਵੀਰਾਜ ਕਹਿੰਦੇ ਆ, ਫਿਰ ਪੜੋ। ਮੁਖ ਤੇ ਕੈ ਮਨ ਤੇ ਸਦਾ ਲਿਵ ਨਾਮ ਲਗਾਵੇ। ਮੁਖ ਤੋਂ ਜਾਂ ਕਹਿੰਦੇ ਆ, ਕੈ ਦਾ ਅਰਥ ਹੈ ਜਾਂ ਮਨ ਤੋਂ ਸਦਾ ਸੱਚੇ ਨਾਮ ਵਿੱਚ ਲਿਵ ਲਾਉਣਾ ਕਰੇ। ਭਾਵ ਕਿ ਪਹਿਲੋਂ ਜੇ ਮਨ ਨਹੀਂ ਟਿਕਦਾ ਤੇ ਫਿਰ ਕਹਿੰਦੇ ਆ ਹੁਣ ਮੇਰਾ ਮਨ ਤਾਂ ਟਿਕਦਾ ਨਹੀਂ, ਮੈਂ ਕਾਹਨੂੰ ਜਪਾਂ। ਕਵੀਰਾਜ ਕਹਿੰਦੇ ਜੇ ਮਨ ਨਹੀਂ ਟਿਕਦਾ ਤਾਂ ਮੁਖ ਤੋਂ ਲਿਵ ਲਾਓ, ਭਾਵ ਮੁਖ ਤੋਂ ਜਪਣ ਲੱਗ ਜਾਓ। ਤੇ ਮੁਖ ਤੋਂ ਜਪੀਏ ਨਾ ਤੇ ਮਨ ਆਪੇ ਹੀ ਫਿਰ ਘੇਰੇ 'ਚ ਆ ਜਾਂਦਾ, ਵਸ ਵਿੱਚ ਆ ਜਾਂਦਾ, ਫਿਰ ਮਨ ਵੀ ਜਪਣ ਲੱਗ ਜਾਂਦਾ। ਕਵੀਰਾਜ ਕਹਿੰਦੇ ਜਾਂ ਮੁਖ ਤੋਂ ਜਪੋ, ਚਾਹੇ ਮਨ ਕਰਕੇ ਲਿਵ ਲਾਉਣਾ ਕਰੋ। ਹੱਥਨ ਤੇ ਕਰ ਟਹਿਲ ਕੋ। ਤੇ ਹੱਥਾਂ ਦੇ ਨਾਲ ਟਹਿਲ ਸੇਵਾ ਜਿਹੜੀ ਹੈ ਇਹ ਕਰਨਾ ਕਰੋ। ਪਰਉਪਕਾਰ ਕਰੋ, ਗੁਰਸਿੱਖਾਂ ਦੀ ਸੇਵਾ ਕਰੋ ਭਾਵਨਾ ਨਾਲ। ਸਿੱਖ ਸੰਤ ਰਜਾਵੇ। ਤੇ ਸਿੱਖ ਸੰਤ ਜਿਹੜੇ ਆ ਮਹਾਂਪੁਰਸ਼, ਉਹਨਾਂ ਦੀ ਖੁਸ਼ੀ ਜਿਹੜੀ ਹੈ ਇਸ ਪ੍ਰਕਾਰ ਲੈਣਾ ਕਰੋ। ਇਹ ਕਵੀਰਾਜ ਜੀ ਨੇ ਆਪਣਾ ਜਿਹੜਾ ਹੈ ਉਹਨਾਂ ਦਾ ਨਿਸ਼ਚਾ ਸਿੱਧ ਹੁੰਦਾ ਹੈ ਕਿ ਕਵੀਰਾਜ ਕਿਸੇ ਦੇਵੀ ਦੇ ਉਪਾਸ਼ਕ ਨਹੀਂ, ਕਿਸੇ ਦੇਵਤੇ ਦੇ ਉਪਾਸ਼ਕ ਨਹੀਂ ਹਨ। ਕਵੀਰਾਜ ਇੱਕ ਜਾਗਦੀ ਜੋਤ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਹਨ ਕਵੀਰਾਜ ਜੀ। ਇਸ ਕਰਕੇ ਇਹ ਕਦੇ ਵੀ ਮਨ ਦੇ ਅੰਦਰ ਜਿਹੜਾ ਹੈ ਕੋਈ ਵਿੱਚੋਂ ਕਵਿਤਾ ਦੇ ਪੰਕਤੀਆਂ ਕੱਢ ਕਰਕੇ ਕਿ ਵੇਖੋ ਕਵੀਰਾਜ ਜੀ ਨੇ ਜੱਗ ਬਾਰੇ ਲਿਖਿਆ, ਹੋਰ ਕਰਮਾਂ ਬਾਰੇ ਲਿਖਿਆ ਹੈ, ਸ਼ਾਇਦ ਕਵੀਰਾਜ ਆਪ ਕਰਦੇ ਹੋਣਗੇ। ਸਪਸ਼ਟ ਉਹਨਾਂ ਨੇ ਦੱਸਿਆ ਕਿ ਨਾਮ ਤੋਂ ਬਿਨਾਂ ਸਭ ਕੁਝ ਨਿਸਫਲ ਹੋ ਜਾਂਦਾ ਹੈ। ਇਸ ਕਰਕੇ ਕਦਾਚਿਤ ਵੀ ਕਵੀਰਾਜ ਜੀ ਦੇ ਜੀਵਨ ਦੇ ਉੱਤੇ ਕਦਾ ਸ਼ੰਕਾ ਨਹੀਂ ਕਰਨੀ ਚਾਹੀਦੀ। ਤੋ ਕਵੀਰਾਜ ਜੀ ਦੇ ਜੀਵਨ ਬਿਰਤਾਂਤ ਬਾਰੇ ਅੱਗੇ ਜ਼ਿਕਰ ਆਉਂਦਾ ਹੈ, ਜਿਸ ਤਰ੍ਹਾਂ ਦੱਸਦੇ ਹਨ। ਪੜੋ। ਸੇਵਾ ਸ੍ਰੀ ਗੁਰੂ ਰਾਮਦਾਸ ਜੀ ਕੀ। ਤੋ ਇਸ ਪ੍ਰਕਾਰ ਇੱਥੇ ਜ਼ਿਕਰ ਆ ਰਿਹਾ ਹੈ ਕਿ ਕਵੀਰਾਜ ਜੀ ਦੇ ਜੋ ਵਿਦਿਆ ਦਾਤੇ ਹਨ, ਜੋ ਗਿਆਨੀ ਸੰਤ ਸਿੰਘ ਜੀ ਮਹਾਂਪੁਰਖ, ਉਹਨਾਂ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰ ਦੇ ਉੱਪਰ ਸੇਵਾ ਕੀਤੀ ਹੈ। ਤੇ ਉਹਦਾ ਜੋ ਕੁਝ ਹਵਾਲਾ ਹੈ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪੂਰਬ ਦੀ ਬਾਹੀ ਹੈ, ਉਹਦੇ ਜਿਹੜਾ ਹੈ ਅੰਦਰ ਲਿਖਤ ਜੋ ਉਕਰੀ ਹੋਈ ਹੈ ਉਹ ਇਸ ਪ੍ਰਕਾਰ ਹਨ। ਤੋ ਪੜ੍ਹ ਦੇਣਾ ਕਰੋ। ਸੇਵਾ ਸ੍ਰੀ ਗੁਰੂ ਰਾਮਦਾਸ ਜੀ ਕੀ, ਸ਼੍ਰਵਣ ਕੀ ਅਰ ਸੰਗ ਸੁਪੈਦ ਕੀ। ਬਡਭਾਗੀ ਜਾਣ ਕੇ ਸ੍ਰੀ ਮਹਾਰਾਜਾ ਰਣਜੀਤ ਸਿੰਘ ਜੀ ਸੌ ਕਰਾਈ। ਮਾਰਫਤ ਸ੍ਰੀ ਭਾਈ ਸੰਤ ਸਿੰਘ ਗਿਆਨੀ ਜੀ ਕੀ। ਇਹ ਅੱਖਰ ਲਿਖੇ ਹੋਏ ਹਨ ਪੂਰਬ ਦੀ ਬਾਹੀ ਤੇ ਕਿ ਮਾਰਫਤ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਕੀ, ਭਾਵ ਗਿਆਨੀ ਸੰਤ ਸਿੰਘ ਜੀ ਨੇ ਪ੍ਰੇਰਨਾ ਕਰਕੇ ਸ਼ੇਰੇ ਪੰਜਾਬ ਜੀ ਦੇ ਕੋਲੋਂ ਇਹ ਸੇਵਾ ਕਰਵਾਈ। ਸੋਨੇ ਦੀ ਸੇਵਾ ਹੋਈ। ਕਵੀਰਾਜ ਜੀ ਦੇ ਆਪ ਵਿਦਿਆ ਦਾਤੇ ਹੋਏ। ਕਵੀਰਾਜ ਜੀ ਨੇ ਵਿਦਿਆ ਪੜ੍ਹ ਕਰਕੇ ਜੋ ਆਪਣੇ ਜੀਵਨ ਦੇ ਅੰਦਰ ਫਿਰ ਉਹਨਾਂ ਦੇ ਜ਼ਿਕਰ ਆਉਂਦਾ ਹੈ ਕਿ ਆਪ ਨੇ ਬੂੜੀਏ ਆਦਿਕ ਨਗਰ ਦੇ ਅੰਦਰ ਵੀ ਨਿਵਾਸ ਕੀਤਾ। ਬਹੁਤ ਸਮਾਂ ਇਹੋ ਜਿਹਾ ਵੀ ਕਵੀ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਵੇਖਿਆ। ਆਪ ਬਹੁਤ ਉੱਚ ਵਿਦਵਾਨ ਹੋਏ, ਕਈ ਭਾਸ਼ਾਵਾਂ ਦੇ ਆਪ ਗਿਆਤੇ ਸਨ, ਜੋ ਆਪ ਜੀ ਦੇ ਰਚਨਾਵਾਂ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ। ਪਰ ਗੁਣੀ ਪੁਰਖ ਦੀ ਕਦਰ ਵੀ ਕੋਈ ਗੁਣਵਾਨ ਹੀ ਕਰਿਆ ਕਰਦਾ ਹੈ, ਕਿਉਂਕਿ ਜਿਹਨੂੰ ਆਪ ਗੁਣ ਦੀ ਕਦਰ ਨਾ ਹੋਵੇ ਉਹ ਗੁਣੀ ਪੁਰਖ ਦਾ ਕਦੇ ਸਨਮਾਨ ਨਹੀਂ ਕਰਦਾ। ਐਸੇ ਹਾਲਾਤ ਵੀ ਕਵੀਰਾਜ ਜੀ ਦੀ ਜ਼ਿੰਦਗੀ ਵਿੱਚ ਆਏ, ਜੋ ਆਪਣੀ ਲਿਖਤ ਵਿੱਚ ਆਪ ਨੇ ਲਿਖਿਆ ਹੋਇਆ ਹੈ। ਗਰੀਬੀ ਦੇ ਦਿਨ ਸਨ, ਜਦੋਂ ਘਰ ਦੇ ਅੰਦਰ ਜਿਹੜਾ ਸੀ ਉਹ ਘਰ ਦੀ ਵਰਤੋਂ ਵਿਹਾਰ ਵਾਲਾ ਸਮਾਨ ਵੀ ਮੁੱਕ ਚੁੱਕਾ ਸੀਗਾ। ਬਾਹਰ ਸੱਜਣਾ ਵੱਲੋਂ ਸਭ ਨੇ ਮੂੰਹ ਫੇਰ ਲਏ ਸਨ। ਇਹੋ ਜਿਹਾ ਕਵੀਰਾਜ ਜੀ ਨੇ ਆਪਣੀ ਕਵਿਤਾ ਵਿੱਚ ਜ਼ਿਕਰ ਕੀਤਾ ਹੈ। ਪਰ ਨਾਲ ਹੀ ਨਾਲ ਆਪਣੇ ਮਨ ਦਾ ਨਿਸ਼ਚਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਟੇਕ,
ਇਹ ਕਵੀ ਰਾਜ ਆਪਣੀ ਕਵਿਤਾ ਦੇ ਅੰਦਰ ਥਾਂ ਥਾਂ ਤੇ ਜ਼ਿਕਰ ਕੀਤਾ ਹੈ ਕਿ ਮਹਾਰਾਜ ਮੁਕਤੀ ਦਾਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੇਰੀ ਤਾਂ ਮਹਾਰਾਜ ਤੁਸੀਂ ਟੇਕ ਹੋ, ਤੁਸੀਂ ਆਸਰਾ ਹੋ। ਫਿਰ ਇਸ ਪ੍ਰਕਾਰ ਕਵੀਰਾਜ ਜੀ ਨੇ ਜਿਹੜਾ ਹੈ ਪਟਿਆਲੇ ਦੇ ਰਿਆਸਤ ਵਿੱਚ ਵੀ ਕੁਝ ਸਮਾਂ ਨੌਕਰੀ ਕੀਤੀ ਹੈ, ਵੀ ਜਿਹੜੇ ਉਹ ਤੱਥ ਮਿਲਦੇ ਹਨ। ਇੱਥੋਂ ਹੀ ਕਵੀਰਾਜ ਜੀ ਨੂੰ ਜੋ ਕੈਂਥਲ ਦਾ ਰਾਜਾ ਮਹਾਰਾਜਾ ਉਦੇ ਸਿੰਘ ਜੀ ਹੋਏ ਹੈ, ਉਹਨਾਂ ਨੇ ਜਿਹੜਾ ਸੀ ਪਟਿਆਲਾ ਰਿਆਸਤ ਕੋਲੋਂ ਮੰਗ ਕਰਕੇ ਲਿਆ ਸੀਗਾ। ਅਤੇ ਕਵੀਰਾਜ ਜਦੋਂ ਫਿਰ ਇੱਥੇ ਆਏ ਹੈ, ਮਹਾਰਾਜਾ ਉਦੇ ਸਿੰਘ ਇਹ ਸਿੱਖ ਰਾਜਾ ਸੀਗੇ ਅਤੇ ਭਾਈ ਭਗਤੂ ਜੀ ਦੀ ਵੰਸ਼ ਵਿੱਚੋਂ ਹੋਏ ਹੈ, ਜਿਨ੍ਹਾਂ ਨੇ ਇੱਥੇ ਕੈਂਥਲ ਵਿੱਚ ਰਾਜ ਕਰਨਾ ਕੀਤਾ। ਬਹੁਤ ਗੁਣੀ ਪੁਰਖ ਸਨ ਰਾਜਾ ਉਦੇ ਸਿੰਘ ਜੀ। ਅਤੇ ਇਹਨਾਂ ਨੇ ਹੀ ਕਵੀਰਾਜ ਜੀ ਨੂੰ ਜਦੋਂ ਕਹਿੰਦੇ ਹੈ ਕਿ ਕਿਸੇ ਬੈਰਾਗੀ ਨੇ ਨਾ ਜਪਜੀ ਸਾਹਿਬ ਦੇ ਬਾਣੀ ਦਾ ਟੀਕਾ ਕੀਤਾ ਅਤੇ ਉਹਦੇ ਵਿੱਚ ਬਹੁਤ ਸਾਰੇ ਸ਼ੰਕੇ ਜਿਹੜੇ ਸੀ ਉਹ ਜਣਾ ਦਿੱਤੇ। ਫਿਰ ਰਾਜਾ ਉਦੇ ਸਿੰਘ ਜੀ ਨੇ ਕਵੀਰਾਜ ਜੀ ਨੂੰ ਇਹ ਬੇਨਤੀ ਕੀਤੀ ਕਿ ਤੁਸੀਂ ਜਪਜੀ ਸਾਹਿਬ ਦਾ ਬਹੁਤ ਜਿਹੜਾ ਹੈ ਉਹ ਸੋਹਣਾ ਟੀਕਾ ਜਿਹੜਾ ਉਹ ਕਰਨਾ ਕਰੋ। ਫਿਰ ਕਵੀਰਾਜ ਜੀ ਨੇ ਆਪਣੀ ਕਵਿਤਾ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਮਹਾਰਾਜਾ ਉਦੇ ਸਿੰਘ ਨੇ ਸਾਨੂੰ ਇਹ ਪ੍ਰੇਰਨਾ ਕੀਤੀ ਅਤੇ ਅਸੀਂ ਜਿਹੜਾ ਸੀ ਗਰਭਗੰਜਨੀ ਟੀਕਾ ਜਿਹੜਾ ਸੀ ਉਹ ਕਵੀ ਜੀ ਨੇ ਨਾਂ ਰੱਖਿਆ ਫਿਰ ਜਪਜੀ ਸਾਹਿਬ ਦੇ ਟੀਕੇ ਦਾ। ਇਹ ਸੁੰਦਰ ਟੀਕਾ ਜਿਹੜਾ ਹੈ ਵੀ ਕੈਂਥਲ ਵਿੱਚ ਕਵੀਰਾਜ ਜੀ ਨੇ ਲਿਖਣਾ ਕੀਤਾ ਹੈ। ਤੋ ਇੱਥੇ ਕਵੀਰਾਜ ਜੀ ਦਾ ਬਹੁਤ ਸਾਰਾ ਜੀਵਨ ਜਿਹੜਾ ਇੱਥੇ ਬਤੀਤ ਹੋਇਆ। ਆਪ ਅੰਮ੍ਰਿਤਸਰ ਸਾਹਿਬ ਦੀ ਯਾਤਰਾ 'ਤੇ ਕਦੇ ਕਦੇ ਆਇਆ ਕਰਦੇ ਅਤੇ ਬਹੁਤ ਹੋਰ ਥਾਵਾਂ 'ਤੇ ਵੀ ਆਪ ਜੀ ਵਿਚਰੇ ਹੈ, ਕਿਉਂਕਿ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਕਵੀਰਾਜ ਨੇ ਹਵਾਲੇ ਦਿੱਤੇ ਹੈ ਉਹਨਾਂ ਥਾਵਾਂ 'ਤੇ ਜਿੱਥੇ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜੀਆਂ ਦਾ ਭਲਾ ਕੀਤਾ, ਜਿੱਥੋਂ ਜਿੱਥੋਂ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਬਹੁਤ ਸਾਰੀਆਂ ਐਸੀਆਂ ਥਾਵਾਂ ਜਿਨ੍ਹਾਂ ਦਾ ਹਵਾਲਾ ਕਵੀਰਾਜ ਨੇ ਦਿੱਤਾ ਕਿ ਅਸੀਂ ਅੱਖੀਂ ਵੇਖੀਆਂ ਹਨ। ਤੋ ਇਸ ਕਰਕੇ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਕਵੀਰਾਜ ਨੇ ਦੇਸ਼ ਦਾ ਬਹੁਤ ਸਾਰਾ ਰਟਨ ਕੀਤਾ, ਉਹਨਾਂ ਥਾਵਾਂ 'ਤੇ ਆਪ ਵਿਚਰੇ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਇਤਿਹਾਸ ਜਿਹੜਾ ਹੈ ਉਹ ਕਵੀਰਾਜ ਜੀ ਨੇ ਇੱਥੇ ਕੈਂਥਲ ਦੇ ਅੰਦਰ ਰਹਿ ਕਰਕੇ ਲਿਖਿਆ ਹੈ। ਤੋ ਜਿਵੇਂ ਜਿਵੇਂ ਅੱਗੇ ਜ਼ਿਕਰ ਆਉਂਦਾ ਹੈ ਕਵੀਰਾਜ ਜੀ ਦੇ ਲਿਖਣ ਦਾ, ਉਹ ਇਸ ਪ੍ਰਕਾਰ ਉਦੇ ਸਿੰਘ ਦੀ ਬਾਬਤ ਕਵੀਰਾਜ ਜ਼ਿਕਰ ਕਰਦੇ ਹਨ। ਚਾਉ ਪਈ ਉਦੈ ਸਿੰਘ ਬੜ ਭੂਪ ਬਹਾਦਰ। ਕਹਿੰਦੇ ਉਦੇ ਸਿੰਘ ਰਾਜਾ ਜਿਹੜਾ ਵੱਡਾ ਬਹਾਦਰ ਹੈ, ਯੋਧਾ ਹੈ। ਕਬ ਬੁਲਾਏ ਰਾਖਿਓ ਫਿਰ ਸਾਦਰ। ਬਹੁਤ ਆਦਰ ਨਾਲ ਸਤਿਕਾਰ ਨਾਲ ਕਵੀ ਜੀ ਨੂੰ ਬੁਲਾ ਕਰਕੇ ਰਾਜਾ ਉਦੇ ਸਿੰਘ ਨੇ ਆਪਣੇ ਪਾਸ ਜਿਹੜਾ ਸੀ ਕੈਂਥਲ ਵਿੱਚ ਰੱਖਣਾ ਕੀਤਾ। ਸ੍ਰੀ ਗ੍ਰੰਥ ਸਾਹਿਬ ਗੁਰਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਬਾਣੀ ਹੈ। ਸਰਬ ਸ਼੍ਰੋਮਣ ਜਪਜੀ ਜਾਨੀ। ਤੋ ਸਭ ਵਿੱਚੋਂ ਸ਼੍ਰੋਮਣੀ ਜੋ ਜਪਜੀ ਸਾਹਿਬ ਦੀ ਬਾਣੀ ਹੈ, ਪ੍ਰਧਾਨ ਬਾਣੀ। ਅਰਥ ਗੰਭੀਰ ਮਹਾਨ ਮਹਾਨੇ। ਜਿਸ ਦੇ ਅਰਥ ਬੜੇ ਗੰਭੀਰ ਹਨ ਤੇ ਮਹਾਨ ਮਹਾਨੇ। ਮਹਾਨ ਭਾਵ ਵੱਡੇ ਤੋਂ ਵੀ ਵੱਡੇ, ਉੱਚਿਆਂ ਤੋਂ ਵੀ ਉੱਚੇ ਹਨ। ਅਸ ਲਖ ਕਬ ਸੋਂ ਬਚਨ ਬਖਾਨੇ। ਇਹ ਹੁਣ ਹਵਾਲਾ ਦਿੱਤਾ ਕਵੀਰਾਜ ਨੇ ਕਿ ਇਸ ਤਰ੍ਹਾਂ ਲੱਖ ਕੇ ਜਾਣ ਕੇ ਰਾਜਾ ਉਦੇ ਸਿੰਘ ਜੀ ਨੇ, ਕਵੀਰਾਜ ਕਹਿੰਦੇ ਨੇ, ਸਾਡੇ ਨਾਲ ਬਚਨ ਕੀਤਾ। ਅਲੰਕਾਰ ਯੁਤ ਟੀਕਾ ਰਚੀਏ। ਕਿ ਜਪਜੀ ਸਾਹਿਬ ਦਾ ਟੀਕਾ ਜਿਹੜਾ ਨਾ ਅਲੰਕਾਰਾਂ ਦੇ ਸਹਿਤ ਰਚਨਾ ਕਰੋ। ਨਿਰਣੇ ਅਰਥ ਧਰੋ ਮਤ ਖਚੀਏ। ਤੇ ਸੁੰਦਰ ਨਿਰਣੇ ਜਿਹੜੇ ਆ ਉਹਦੇ ਅੰਦਰ ਰੱਖਣਾ ਕਰੋ, ਜੋ ਬਹੁਤ ਸੋਹਣਾ ਜਿਹੜਾ ਹੈ ਐਸਾ ਅਰਥ ਉਹਦਾ ਕਰੋ। ਬਾਣੀ ਦੇ ਸੋਹਣੀਆਂ ਪੰਕਤੀਆਂ ਜਿਹੜੀਆਂ ਹਨ, ਸੋਹਣੇ ਅਰਥ ਅਲੰਕਾਰਾਂ ਦੇ ਸਹਿਤ ਕਰਨਾ ਕਰੋ। ਹੋਤ ਅਸ਼ੰਕਾ ਜਾਂ ਮਹਿ ਜੇਤੀ। ਜਿੰਨੀਆਂ ਵੀ ਅਸ਼ੰਕਾਵਾਂ ਜਿਤਾਈਆਂ ਹਨ ਨਾ ਨਾਸਤਕਾਂ ਵੱਲੋਂ, ਬੁੱਧ ਬਲ ਕਰੋ ਹਰੋ ਅਬ ਤੇਤੀ। ਤੇ ਬੁੱਧ ਕਰਕੇ ਬਲ ਕਰਕੇ ਸਾਰੀਆਂ ਹੀ ਉਹ ਜਿਹੜੀਆਂ ਹਨ ਨਾ ਸ਼ੰਕਾਵਾਂ, ਸ਼ੰਕਾਵਾਦੀਆਂ ਦੀਆਂ ਨਾਸ਼ ਕਰਨਾ ਕਰੋ। ਸੁਣ ਕਰ ਬਚਨ ਨਿਰਪਤ ਕੋ ਨੀਕਾ। ਸੁਣ ਕਰਕੇ ਰਾਜਾ ਉਦੇ ਸਿੰਘ ਦਾ ਕਵੀਰਾਜ ਕਹਿੰਦੇ ਨੀਕਾ ਚੰਗਾ ਸੋਹਣਾ ਬਚਨ। ਕਵ ਨੇ ਰੁਚਿਰ ਰਚਿਓ ਜਪ ਟੀਕਾ। ਜਪਜੀ ਸਾਹਿਬ ਦਾ ਟੀਕਾ ਜਿਹੜਾ ਸੀ ਕਵੀਰਾਜ ਕਹਿੰਦੇ ਅਸੀਂ ਰੁਚਿਰ ਜਿਹੜਾ ਸੁੰਦਰ ਸੀਗਾ ਉਹ ਰਚਨਾ ਕੀਤਾ। ਇਸ ਪ੍ਰਕਾਰ ਕਵੀਰਾਜ ਕਹਿੰਦੇ ਹੈ ਕਿ ਇਹ ਰਚਨਾ ਜਿਹੜੀ ਹੈ ਨਾ ਜਪਜੀ ਸਾਹਿਬ ਦਾ ਗਰਭਗੰਜਨੀ ਟੀਕਾ, ਇਹ ਕੈਂਥਲ ਵਿੱਚ ਕਵੀਰਾਜ ਕਹਿੰਦੇ ਹੋਇਆ ਹੈ।
ਇੱਥੇ ਰਹਿੰਦਿਆਂ ਹੀ ਕਵੀਰਾਜ ਜੀ ਨੇ ਬਹੁਤ ਸਾਰਾ ਜਿਹੜਾ ਸੀਗਾ ਚਰਚਾਵਾਂ ਹੁੰਦੀਆਂ, ਕਿਉਂਕਿ ਕਵੀਰਾਜ ਦਾ ਬਹੁਤ ਭਾਰੀ ਪ੍ਰਤਾਪ ਹੋਇਆ ਸੀ ਰਾਜੇ ਉਦੈ ਸਿੰਘ ਦੇ ਕੋਲ ਰਹਿੰਦਿਆਂ ਹੋਇਆਂ। ਆਪ ਨੇ ਐਸੇ ਐਸੇ ਸੋਹਣੇ ਗ੍ਰੰਥਾਂ ਦੀ ਰਚਨਾ ਕੀਤੀ ਕਿ ਬੜਾ ਦੇਸ਼ ਵਿੱਚ ਆਪ ਦਾ ਪ੍ਰਤਾਪ ਵਧਿਆ। ਇਉਂ ਵੀ ਜ਼ਿਕਰ ਆਉਂਦਾ ਹੈ। ਤੋ ਥੋੜ੍ਹਾ ਸਮਾਂ ਹੁਣ ਲਾ ਕਰਕੇ ਫਿਰ ਆਪਾਂ ਸਮਾਪਤੀ ਕਰਾਂਗੇ। ਰਹਿੰਦੀ ਸ਼ੇਸ਼ ਕਥਾ ਜਿਹੜੀ ਹੈ ਕਵੀਰਾਜ ਦੇ ਜੀਵਨ 'ਤੇ ਉਹ ਕੱਲ੍ਹ ਦੇ ਦੀਵਾਨ ਵਿੱਚ ਵੀ ਕਰਾਂਗੇ, ਅਤੇ ਪਰਸੋਂ ਦੇ ਦੀਵਾਨ ਤੋਂ ਜੋ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਹੈ ਉਹ ਆਪਾਂ ਆਰੰਭ ਕਰ ਲਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਤੋ ਜਦੋਂ ਕਵੀਰਾਜ ਦਾ ਐਡਾ ਭਾਰੀ ਪ੍ਰਤਾਪ ਫੈਲਿਆ ਸੀਗਾ ਅਤੇ ਕਈ ਬ੍ਰਾਹਮਣ ਜਿਹੜੇ ਸਨ ਉਹ ਖੁੰਸ ਖਾਂਦੇ ਸੀਗੀਆਂ। ਇਸ ਪ੍ਰਕਾਰ ਈਰਖਾ ਕਰਕੇ ਕਵੀਰਾਜ ਨੂੰ ਨੀਵਾਂ ਦਿਖਾਉਣ ਲਈ ਜਿਹੜਾ ਕੈਂਥਲ ਵਿੱਚ ਚੱਲ ਕਰਕੇ ਆਉਂਦੇ, ਕਹਿੰਦੇ ਇੱਕ ਵਾਰੀ ਕੋਈ ਪੰਡਤ ਚੱਲ ਕਰਕੇ ਆਇਆ ਅਤੇ ਉਸ ਨੇ ਜਿਹੜਾ ਸੀ ਕਵੀ ਜੀ ਨੂੰ ਚਰਚਾ ਲਈ ਜਿਹੜਾ ਸੀ ਵੰਗਾਰਨਾ ਕੀਤਾ। ਆ ਕਰਕੇ ਰਾਜਾ ਉਦੈ ਸਿੰਘ ਨੂੰ ਜਦੋਂ ਦੱਸਿਆ ਕਿ ਮੈਂ ਤੁਹਾਡੇ ਜਿਹੜੇ ਹੈ ਕਵੀ ਭਾਈ ਸੰਤੋਖ ਸਿੰਘ ਜੀ ਉਹਨਾਂ ਨਾਲ ਚਰਚਾ ਕਰਨਾ ਚਾਹੁੰਦਾ ਹਾਂ। ਤੋ ਬਹੁਤ ਸਾਰੇ ਇਹੋ ਜਿਹੇ ਵਾਕਿਆ ਹਨ ਕਵੀਰਾਜ ਜੀ ਦੇ ਜੀਵਨ ਦੇ ਅੰਦਰ। ਕਹਿੰਦੇ ਜਦੋਂ ਰਾਜਾ ਉਦੈ ਸਿੰਘ ਨੇ ਫਿਰ ਕਵੀਰਾਜ ਜੀ ਨੂੰ ਆਖਿਆ ਕਿ ਤੁਸੀਂ ਇੱਕ ਵਿਦਵਾਨ ਪੰਡਤ ਆਏ ਆ, ਉਹਨਾਂ ਨਾਲ ਚਰਚਾ ਕਰਨੀ ਹੈ। ਕਵੀਰਾਜ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਆਪਣੇ ਘਰੋਂ ਜਿਸ ਦਿਨ ਚਰਚਾ ਹੋਣੀ ਸੀ, ਜਦੋਂ ਤੁਰਨਾ ਸੀ, ਕਹਿੰਦੇ ਜਿੱਥੇ ਖੂਹ ਦੀ ਮਣ ਦੇ ਉੱਤੇ ਜਲ ਭਰਿਆ ਹੁੰਦਾ ਸੀ ਉੱਥੇ ਮੱਝਾਂ ਦੇ ਚੋਣ ਵਾਲੇ ਨੇ ਦੁੱਧ ਦੀ ਮਟਕੀ ਭਰ ਕੇ ਰੱਖ ਦਿੱਤੀ। ਹਨੇਰੇ 'ਚ ਕਵੀਰਾਜ ਨੇ ਵੇਖਿਆ ਨਾ ਕਿ ਇੱਥੇ ਜਲ ਸਮਝ ਕੇ ਉਹਨਾਂ ਨੇ ਆਪਣੇ ਸਿਰ ਦੇ ਉੱਪਰ ਜਿਹੜਾ ਸੀ ਸਰੀਰ ਦੇ ਉੱਪਰ ਪਾ ਲਿਆ, ਪਰ ਜਦੋਂ ਪਾਇਆ ਉਦੋਂ ਪਤਾ ਲੱਗ ਗਿਆ ਕਿ ਦੁੱਧ ਨਾਲ ਇਸ਼ਨਾਨ ਕਰ ਲਿਆ। ਹੱਸ ਪਏ। ਹੱਸਦੇ ਹੋਏ ਆਪਣੀ ਘਰਵਾਲੀ ਨੂੰ ਕਹਿਣ ਲੱਗੇ ਕਿ ਵੇਖ ਭਾਗਵਾਨੇ, ਤੂੰ ਪੁੱਤਾਂ ਨੂੰ ਗੋਦ 'ਚ ਖਿਡਾ ਰਹੀ ਹੈ। ਕਹਿੰਦੇ ਨਾ ਪੁੱਤੀ ਖੇਡੇਂਗੀ ਅਤੇ ਦੁੱਧੀ ਨਹਾਏਂਗਾ। ਕਹਿੰਦੇ ਅੱਜ ਮੈਂ ਦੁੱਧੀ ਨਹਾ ਲਿਆ। ਹੱਸ ਪਈ ਉਹਨਾਂ ਦੀ ਘਰਵਾਲੀ ਕਵੀਰਾਜ ਜੀ ਦੀ। ਅਤੇ ਇਸ ਸਮੇਂ ਕਹਿੰਦੇ ਸਾਰਾ ਕੁਛ ਅਕਸਮਾਤਰ ਹੀ ਹੋਇਆ, ਪਰ ਕਹਿੰਦੇ ਜਿੱਤ ਦੀ ਦੇਵੀ ਨੇ ਆਪਣੀ ਨਿਸ਼ਾਨੀ ਦਿੱਤੀ, ਅੱਜ ਜਿੱਤ ਹੀ ਹੋਊਗੀ ਸਾਡੀ। ਅਤੇ ਉਸੇ ਸਮੇਂ ਕਹਿੰਦੇ ਜਦੋਂ ਕਵੀਰਾਜ ਫਿਰ ਗਏ ਆ ਉਸ ਦਿਨ, ਅਤੇ ਬਹੁਤ ਪ੍ਰਕਰਣਾਂ 'ਤੇ ਪੰਡਤ ਨੇ ਬੜੇ ਪ੍ਰਸ਼ਨ ਕੀਤੇ, ਪਰ ਕਵੀਰਾਜ ਨੂੰ ਉਹ ਜਿੱਤ ਨਾ ਸਕਿਆ। ਬਹੁਤ ਭਾਰੀ ਉਹਦੀ ਹਾਰ ਹੋਈ। ਬੜੇ ਐਸੇ ਜ਼ਿਕਰ ਆਉਂਦੇ ਆ। ਇੱਕ ਵਾਰੀ ਇੱਕ ਜਿਹੜਾ ਹੈ ਪੰਡਤ ਦਾ ਜ਼ਿਕਰ ਆਉਂਦਾ ਹੈ ਕਿ ਉਹ ਕਿਉਂਕਿ ਮਹਾਰਾਜਾ ਉਦੈ ਸਿੰਘ ਇਹ ਵਿਦਵਾਨਾਂ ਦੀ ਕਦਰ ਕਰਦੇ ਹੁੰਦੇ ਸੀਗੇ, ਅਤੇ ਬਹੁਤ ਸਾਰੇ ਪੰਡਤ ਜਿਹੜੇ ਸੀ ਇਹਨਾਂ ਦੇ ਕੋਲ ਵੀ ਰਿਹਾ ਕਰਦੇ ਸੀਗੇ। ਇੱਕ ਪੰਡਤ ਵੀ ਖੁੰਸ ਖਾ ਕੇ ਆਇਆ, ਬਹੁਤ ਜ਼ਿਆਦਾ ਉਹ ਵਿਦਵਾਨ ਸੀਗਾ। ਉਹਨੂੰ ਸੀਗਾ ਕਿ ਮੈਂ ਕਵੀ ਭਾਈ ਸੰਤੋਖ ਸਿੰਘ ਨੂੰ ਨੀਵਾਂ ਦਿਖਾਵਾਂ, ਅਤੇ ਬੜੀ ਆਪਣੀ ਵਿੱਦਿਆ ਦਾ ਹੰਕਾਰ ਕਰਕੇ ਉਹ ਵੀ ਕੈਂਥਲ ਆ ਗਿਆ। ਆ ਕੇ ਮਹਾਰਾਜਾ ਉਦੈ ਸਿੰਘ ਸਾਹਿਬ ਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਵਿਦਵਾਨ ਭਾਈ ਸੰਤੋਖ ਸਿੰਘ ਨਾਲ ਚਰਚਾ ਕਰਨੀ ਹੈ। ਅਤੇ ਇਸ ਸਮੇਂ ਰਾਜਾ ਉਦੈ ਸਿੰਘ ਨੇ ਕਵੀਰਾਜ ਜੀ ਨੂੰ ਬੁਲਾਇਆ ਅਤੇ ਚਰਚਾ ਦਾ ਦਿਨ ਨਿਯਤ ਹੋ ਗਿਆ ਕਿ ਫਲਾਣੇ ਦਿਨ ਚਰਚਾ ਹੋਊਗੀ। ਕਵੀਰਾਜ ਜੀ ਨੇ ਉਦੋਂ ਹੀ ਗੱਲਬਾਤ ਨਾਲ ਅੰਦਾਜ਼ਾ ਲਾ ਲਿਆ ਕਿ ਪੰਡਤ ਕਿੱਡਾ ਕੁ ਵਿਦਵਾਨ ਹੈ, ਪਰ ਕਵੀਰਾਜ ਜੀ ਦਾ ਜੀਵਨ ਦੱਸਦਾ ਹੈ ਕਿ ਆਪ ਐਡੇ ਉੱਚ ਕੋਟੀ ਦੇ ਵਿਦਵਾਨ ਸਨ, ਪਰ ਬਹੁਤ ਨਿਮਰਤਾ ਰੱਖਦੇ ਸੀ ਆਪਣੇ ਅੰਦਰ। ਕਦੇ ਵੀ ਆਪਣੀ ਵਿਦਵਤਾ ਕਿਸੇ ਨੂੰ ਜਣਾਉਂਦੇ ਨਹੀਂ ਸੀ, ਸਦਾ ਹੀ ਨਿਮਰੀ ਭੂਤ ਰਹਿੰਦੇ ਸਨ। ਅਤੇ ਇਉਂ ਕਵੀਰਾਜ ਜੀ ਦੇ ਮਨ ਵਿੱਚ ਖਿਆਲ ਆਇਆ, ਅਤੇ ਕਵੀਰਾਜ ਜੀ ਨਾਲ ਉਸ ਪੰਡਤ ਨੂੰ ਚਰਚਾ ਤੋਂ ਪਹਿਲਾਂ ਹੀ ਮਿਲਣ ਲਈ ਚਲੇ ਗਏ। 25 ਰੁਪਈਏ ਭੇਟ ਕੀਤੇ, ਨਾਲੇ ਇੱਕ ਦੁਸ਼ਾਲਾ ਭੇਟ ਕੀਤਾ, ਅਤੇ ਹੱਥ ਜੋੜ ਕੇ ਆਖਿਆ ਮਹਾਰਾਜ ਤੁਸੀਂ ਜਿੱਤ ਗਏ ਹੋ, ਮੈਂ ਹਾਰ ਗਿਆ, ਹੁਣ ਤੁਸੀਂ ਕਿਸੇ ਨੂੰ ਦੱਸੇ ਤੋਂ ਬਿਨਾਂ ਹੀ ਚਲੇ ਜਾਓ ਇੱਥੋਂ। ਅਤੇ ਉਹ 25 ਰੁਪਈਏ ਵੀ ਲੈ ਲਏ ਪੰਡਤ ਨੇ, ਦੁਸ਼ਾਲਾ ਵੀ ਲੈ ਲਿਆ, ਅਤੇ ਪਰ ਬਚਨ ਨਾ ਕਵੀਰਾਜ ਜੀ ਦਾ ਮੰਨਿਆ। ਸਗੋਂ ਰਾਜੇ ਨੂੰ ਜਾ ਕੇ ਦੱਸਿਆ ਕਿ ਆ ਵੇਖੋ ਤੁਹਾਡਾ ਵਿਦਵਾਨ ਤਾਂ ਡਰ ਗਿਆ ਮੇਰੇ ਨਾਲੋਂ ਚਰਚਾ ਕਰਨ ਤੋਂ, ਵੀ ਮੈਨੂੰ 25 ਰੁਪਈਏ ਅਤੇ ਦੁਸ਼ਾਲਾ ਭੇਟ ਕੀਤਾ ਕਿ ਇੱਥੋਂ ਚਲਿਆ ਜਾ ਤੂੰ, ਅਤੇ ਉਹ ਤਾਂ ਡਰ ਗਿਆ ਮੇਰੇ ਨਾਲੋਂ ਚਰਚਾ ਕਰਨ ਤੋਂ। ਰਾਜਾ ਉਦੈ ਸਿੰਘ ਜੀ ਜਾਣਦੇ ਸੀ ਕਿ ਕਵੀਰਾਜ ਇੱਕ ਮਹਾਨ ਵਿਦਵਾਨ ਨੇ। ਕਵੀ ਭਾਈ ਸੰਤੋਖ ਸਿੰਘ ਜੀ ਨੂੰ ਰਾਜਾ ਉਦੈ ਸਿੰਘ ਨੇ ਆਪਣੇ ਕੋਲ ਬੁਲਾਇਆ। ਕਹਿਣ ਲੱਗੇ ਕਿ ਤੁਸੀਂ ਉਸ ਪੰਡਤ ਨੂੰ ਜਿਹੜਾ ਹੈ 25 ਰੁਪਈਏ ਅਤੇ ਦੁਸ਼ਾਲਾ ਭੇਟ ਕੀਤਾ ਜਾ ਕਰਕੇ, ਤੁਸੀਂ ਭੈ ਕਿਉਂ ਕਰ ਗਏ ਹੋ, ਡਰ ਕਿਉਂ ਗਏ ਹੋ ਚਰਚਾ ਕਰਨ ਤੋਂ? ਕਵੀਰਾਜ ਕਹਿਣ ਲੱਗੇ ਰਾਜਾ ਸਾਹਿਬ
मैं डरिया नहीं। मैं तो इस करके दुशाला ते 25 रुपये भेंट कीते सी कि पंडित दी बड़ी ही जिहड़ी है वो चर्चा है, बड़ा ये विद्वान है, तो यदी हार हो गई तो फिर इहदा सत्कार नहीं रहेगा। मैं तो इस करके कि इसकी कोई न्यूनताई ना होए, इसदों किते नीवा ना बनना पवे, इस करके बेनती की कि तुसी जित गए हो, मैं हार गया, तुसी इत्थों बिना दसे ही हुण चले जाओ। पर उसने मेरी ये गल जिहड़ी सी इहनूं उल्ट लिया कि समझिया कि मैं डर गया हाँ। अच्छा जिवें महाराज की मर्जी है, तुसी चर्चा कराओ। फिर जदों चर्चा होई सी, उस पंडित ने अपनी बहुत विद्या का इजहार किया, बड़े जोर ला ले। कविराज ने हर कीते प्रश्न का योग उत्तर दिता, पर जदों कविराज ने प्रश्न किए वो निरुत्तर हो गया। उन्होंने अगों जवाब ना सी आउंदा ते आ हार खा के कविराज दे कोलों अपनी नरादरी कराई। फिर उत्थे जिन्नी उहदी चढ़त सी सारी वो मिट्टी च ही मिल गई। पर कविराज दे सुभाव बारे राजा उदय सिंह जी जान गए कि इन्हां दा मन जिहड़ा वो किसी नूं दुखी नहीं वेख के खुश हुंदा। कविराज किसी का निरादर नहीं करना चाहुंदे, भावें इन्ने महान विद्वान हैं, पर फिर भी महाराज साहब ने आप निमरता भी सिखर की बख्शिश की हुई है। ये आप जी की कविता विचों जिहड़े आ झलकारे पैंदे है कि आप एडे विद्वान ते इन्ने निमरता विच रहा करदे। जिमें जिमें अगे कविराज जी के जीवन का थोड़ा होर जिक्र आवेगा, वो आपां कल नूं सरवण करांगे। सच्चे पातशाह जी महाराज के पंथ के अंदर ऐसे महान महापुरुष का जन्म होया, जिन्हां ने गुरु साहिबां दा इतिहास जिहड़ा है वो सारा एक थां ते बहुत मेहनत दे नाल श्री गुरप्रताप सूज ग्रंथ का जिहड़ा संग्रह करना, जिहड़ा कथा का लिखना, कथा के लिखण विच विघन पैणे, ये कल नूं आपां जिक्र करांगे। ते कविराज जदों कथा लिखाउंदे सीगे, लिखारी लिखदे सीगे, आप मुहारे उन्हां दे रसना तो कविता दे कहंदे झरने फुटदे सन। कविराज किवें ध्यान विच गुरु गोबिंद सिंह सच्चे पातशाह जी नूं वेखदे है, गुरु नानक साहब जी नूं ध्यान विच किवें दर्शन करदे है, ये कुछ टूकां आपां कल नूं सरवण करांगे। ते जिवें फिर अगे सच्चे पातशाह जी महाराज दे पवित्र जीवन का इतिहास आरंभदे है, वो कथा परसों रोज तो आरंभ होवेगी। सच्चे पातशाह जी महाराज कृपा करन, हुईयां भुल्लां आप गरीब नवाज सच्चे पातशाह बख्श लैणियां, अगे वास्ते समत बख्शणी जी। सुन कर बचन नृपत को नीका, कवन रुचिर रचियो जप टीका। वाहिगुरु जी का खालसा, वाहिगुरु जी की फतेह। अच्युत है पार ब्रह्म, अविनाशी अगनास, हे पूरन है सर्ब में दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, हह पी होवन हार। हे संत है कै सदा संग, निधारा आधार। हे ठाकुर हूँ दास रो, मैं निर्गुण गुण नहीं कोय। नानक दीजै नाम दान, राखो हियै परोय। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो श्रद्धा कर सेम दे, गुर पार उतारन हार। कथा निता प्रत होत है, सुनो सो सिंह सुजान। नानक गुरु गोबिंद सिंह जी, सदा करੈ कल्याण। नानक गुरु गोबिंद सिंह जी, सदा करੈ कल्याण। वाहिगुरु जी
ਕਾ ਖਾਲਸਾ